ਸਤਨਾਮ ਵਾਹਿਗੁਰੂ ਸਾਹਿਬ ਜੀ। ਲੋਭ ਲਹਿਰ ਅਦ ਨਿਜਰ ਬਾਜੈ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤ ਨਾ ਰਾਖਸ ਤੇਤੇ। ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਨ ਮੇਰਾ। ਜੇ ਅਤ ਕ੍ਰੋਪ ਕਰੇ ਕਰ ਤਹਾਇਆ, ਤਾਪੀ ਚੇਤ ਨ ਰਾਖਸ ਮਾਇਆ। ਚਿੰਤ ਪਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਟਾਕ ਪਲਾਸ। ਹੋਏ ਪੇ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਬੇਸੁਮਾਰ ਅਥਾਹ ਅਗਨਤ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਉ। ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਬਾਸਨ ਕਾਰੋ ਪਰਸੀਐ, ਦਉ ਤਉ ਕਛ ਲਾਗੈ ਦਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ
ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਇਸ ਅੰਧਕਾਰ ਭਰੇ ਅਗਿਆਨ ਭਰੇ ਮਨਮੁਖਤਾ ਭਰੇ ਹਉਂ ਭਰੇ ਯੁੱਗ ਦੀ ਤਬੀਅਤ ਦੇ ਵਿੱਚ ਬਖਸ਼ਿਸ਼ ਕਰਕੇ ਸਤਸੰਗਤ ਰੂਪ ਵਿੱਚ ਜੁੜਨ ਦਾ, ਨਿਰਮਲ ਕਰਮ ਕਮਾਉਣ ਦਾ, ਜੀਵਨ ਨੂੰ ਸ਼ਵੱਛ ਕਰਨ ਦਾ, ਸੁਰਤ ਨੂੰ ਗੁਰੂ ਸ਼ਬਦ ਦੇ ਨਾਲ ਜੋੜਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਵਡਭਾਗੇ ਹੋ, ਜੋ ਗੁਰੂ ਕੀ ਬਖਸ਼ਿਸ਼ ਨੂੰ ਗੁਰੂ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਯਤਨ ਕਰ ਰਹੇ ਸੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਜਿੱਥੇ ਆਪ ਜੀ ਕੀਰਤਨ ਦੇ ਨਾਮ ਰਸ ਦੇ ਨਾਲ ਆਨੰਦ ਦੇ ਸਹਿਤ ਹੁੰਦੇ ਹੋ, ਉੱਥੇ ਹੀ ਸ਼ਬਦ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਜੋੜ ਕੇ ਗੁਰੂ ਸ਼ਬਦ ਦਾ ਜਿਹੜਾ ਅਥਾਹ ਸੂਰਜਾਂ ਦੇ ਵਾਂਗ ਗਿਆਨ ਦਾ ਪ੍ਰਕਾਸ਼ ਹੈ, ਉਹਦੇ ਨਾਲ ਆਪਣੇ ਜੀਵਨ ਨੂੰ ਰੌਸ਼ਨ ਕਰਨ ਦਾ ਯਤਨ ਕਰਦੇ ਹੋ। ਲੜੀਵਾਰ ਵਿਚਾਰ ਦੇ ਅੰਤਰਗਤ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ 3 ਸ਼ਲੋਕਾਂ ਦੇ ਵਿੱਚ ਮਨੁੱਖ ਨੂੰ ਕਾਲ ਦੀ ਮਾਰ ਤੋਂ, ਕਾਲ ਦੇ ਭੈ ਤੋਂ ਅਤੇ ਮਾਇਆ ਦੇ ਪ੍ਰਬਲ ਪ੍ਰਭਾਵਾਂ ਤੋਂ ਸੁਚੇਤ ਹੋਣ ਦਾ ਉਪਦੇਸ਼ ਦਿੰਦਿਆਂ ਦ੍ਰਿੜ ਕਰਵਾਇਆ ਸੀ ਕਿ ਮਾਇਆ ਦੀ ਗਫਲਤ ਤੋਂ ਜੀਵ ਤੇਰਾ ਜਾਗਣਾ ਜ਼ਰੂਰੀ ਹੈ, ਕਿਉਂਕਿ ਜਾਗੇਗਾ ਤਾਂ ਪਤਾ ਲੱਗੇਗਾ ਕਿ ਕਿਹੜੇ ਭਿਆਨਕ ਐਸੇ ਖਤਰੇ ਹਨ ਜਿਹੜੇ ਨਿਤ ਦਿਨ ਤੇਰੇ ਜੀਵਨ ਨੂੰ ਵਿਆਪ ਰਹੇ ਹਨ। ਤੇਰੇ ਜੀਵਨ ਦੀ ਆਤਮਿਕ ਜਿਹੜੀ ਉੱਚਤਾ ਹੈ ਉਹਨੂੰ ਖੇਰੂ ਕਰ ਰਹੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਾਗਣਾ ਦੁੱਖ ਭਰਿਆ ਹੁੰਦਾ, ਪਰ ਇਹ ਜਾਗਣਾ ਜਦੋਂ ਮਨੁੱਖ ਆਰੰਭ ਕਰ ਦਿੰਦਾ ਹੈ ਗੁਰੂ ਸ਼ਬਦ ਦੇ ਨਾਲ, ਫਿਰ ਉਹਦੇ ਜੀਵਨ ਦੇ ਵਿੱਚ ਜਪ ਪੈਦਾ ਹੁੰਦਾ ਹੈ ਅਤੇ ਜਪ ਦੇ ਸਦਕਾ ਫਿਰ ਉਹਨੂੰ ਆਪਣੀ ਪਰਮ ਸਰੂਪ ਦੀ ਸੂਝ ਆ ਜਾਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਜਾ ਕੇ ਸੰਗ ਤੇ ਬੀਸ਼ੁਰਾ ਤਾਂ ਹੀ ਕੇ ਸੰਗ ਲਾਗ। ਜਗਤ ਨਹੀਂ ਯਾਦ ਕਰਨਾ ਪੈਂਦਾ, ਪਦਾਰਥ ਨਹੀਂ ਯਾਦ ਕਰਨਾ ਪੈਂਦਾ, ਸੰਬੰਧੀ ਨਹੀਂ ਯਾਦ ਕਰਨੇ ਪੈਂਦੇ, ਕਿਉਂਕਿ ਉਹ ਚਿੱਤ ਦੇ ਵਿੱਚ ਪਹਿਲਾਂ ਹੀ ਵਸੇ ਹੋਏ ਹਨ। ਪਰ ਚਿੱਤ ਦੀ ਘਾੜਤ ਘੜਨ ਵਾਲਾ ਜਿਹੜਾ ਪਰਮ ਸਿਰਜਣਹਾਰ ਹੈ, ਉਹੀ ਉਸ ਚਿੱਤ ਦੇ ਵਿੱਚ ਵਸਦਾ ਨਹੀਂ। ਇਸ ਕਰਕੇ ਹੀ ਮੁਸ਼ਕਿਲ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸ ਪ੍ਰਕਾਰ ਸੁਚੇਤ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਪਰ ਜੋ 3 ਨੁਕਤੇ ਆਏ ਹਨ, ਜਿਹਦੇ ਵਿੱਚ ਜ਼ਿਕਰ ਹੈ ਕਿ ਜਾ ਕੇ ਸੰਗ ਤੇ ਬੀਸ਼ੁਰਾ। ਹੁਣ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕ ਇਨਸਾਨ ਨੂੰ ਬੋਧ ਹੋ ਗਿਆ ਹੈ। ਉਹਨੂੰ ਵੀ ਪਤਾ ਲੱਗ ਗਿਆ ਕਿ ਮੇਰਾ ਮਨ, ਮੇਰੀ ਬੁੱਧ, ਸੁਰਤ ਸਾਰੀ ਮਾਇਆ ਦੇ ਗਫਲਤ ਦੇ ਅਧੀਨ ਹੈ, ਅਤੇ ਇਸ ਕਰਕੇ ਇਹ ਵੀ ਪਤਾ ਲੱਗ ਗਿਆ ਕਿ ਮੇਰੇ ਜੀਵਨ ਦੇ ਵਿੱਚ ਕੋਈ ਮੈਂ ਸਾਧਨਾ ਦਾ ਉੱਦਮ ਨਹੀਂ ਕਰ ਰਿਹਾ। ਇਹ ਵੀ ਪਤਾ ਲੱਗ ਗਿਆ ਕਿ ਪ੍ਰਭੂ ਤੋਂ ਵਿਛੜਿਆ ਹੋਇਆ ਹਾਂ ਅਤੇ ਮਾਇਆ ਦੀ ਜਕੜਨ ਦੇ ਵਿੱਚ ਮੇਰਾ ਜੀਵਨ ਖੁਆਰ ਹੋ ਰਿਹਾ ਹੈ। ਹੁਣ ਇਸ ਗੱਲ ਦਾ ਇੱਕ ਜੀਵ ਨੂੰ ਬੋਧ ਹੋ ਗਿਆ। ਉਹਨੇ ਉੱਪਰਲੇ ਸ਼ਲੋਕਾਂ ਦਾ ਸ਼ਬਦ ਉਪਦੇਸ਼ ਸ਼ਰਵਣ ਕਰ ਲਿਆ ਹੈ। ਹੁਣ ਉਸ ਮਨੁੱਖ ਦੀ ਸਮੱਸਿਆ ਪੈਦਾ ਹੋ ਗਈ ਹੈ, ਉਹਦਾ ਹੱਲ ਕਿਵੇਂ ਪੈਦਾ ਕਰੇ? ਉਸ ਨੂੰ ਹੱਲ ਦਾ ਸੁਝਾਅ ਦਿੰਦਿਆਂ, ਉਪਦੇਸ਼ ਦਿੰਦਿਆਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਸੰਤ ਕੀ ਗੈਲ ਨਾ ਛੋਡੀਐ। ਇਸ ਕਰਕੇ ਸੰਤ ਦੀ ਸੰਗਤ, ਉਹਦਾ ਸਾਥ, ਉਹਦੀ ਨਿਕਟਤਾ ਕਦੀ ਨਹੀਂ ਛੱਡਣੀ ਚਾਹੀਦੀ। ਮਾਰਗ ਲਾਗਾ ਜਾਓ। ਜਿਵੇਂ ਵੀ ਜਿਸ ਮਾਰਗ 'ਤੇ
ਉਹ ਚੱਲ ਰਹੇ ਹਨ। ਜਿਸ ਵੀ ਢੰਗ ਦੇ ਨਾਲ ਤੈਨੂੰ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਸੁਭਾਅ ਪ੍ਰਾਪਤ ਹੋ ਜਾਵੇ, ਜਿਸ ਵੀ ਪ੍ਰੇਰਣਾ ਦੇ ਨਾਲ ਉੱਤਮ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਨਾਂ ਦੇ ਉਸ ਦੱਸੇ ਮਾਰਗ 'ਤੇ ਚੱਲਣਾ ਆਰੰਭ ਕਰ ਦੇਣਾ ਚਾਹੀਦਾ ਹੈ। ਪੇਖਤ ਹੀ ਪੁਨੀਤ ਹੋਏ ਕਿ ਉਹਨਾਂ ਦੀ ਮਹਿਮਾ ਐਡੀ ਵੱਡੀ ਹੈ ਕਿ ਦੇਖਦੇ ਸਾਰ ਹੀ ਮਨੁੱਖ ਪੁਨੀਤ ਭਾਵ ਕਿ ਉਹਦੇ ਪਾਪਾਂ ਦੀ ਮੈਲ ਦੇ ਸੁਭਾਅ ਖਤਮ ਹੋ ਜਾਂਦੇ ਹਨ ਅਤੇ ਉਹਦੇ ਸੰਗ ਰਹਿਣ ਦੇ ਨਾਲ ਪ੍ਰਭੂ ਸਿਮਰਨ ਦਾ ਜਿਹੜਾ ਉਦਮ ਹੈ ਉਹ ਬੰਦੇ ਦੇ ਜੀਵਨ ਅੰਦਰ ਪੈਦਾ ਹੋ ਜਾਂਦਾ ਹੈ। ਹੁਣ ਇਸ ਗੱਲ ਨੂੰ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਬੀਰ ਸੰਤ ਕੀ ਗੈਲ ਨਾ ਛੋਡੀਐ। ਇਸ ਧਰਤੀ 'ਤੇ ਇੱਕ ਮਾਤਾ ਇੱਕ ਸੁੱਤ ਨੂੰ ਜਨਮ ਦਿੰਦੀ ਹੈ ਅਤੇ ਉਸ ਸੁੱਤ ਦੇ ਨਾਲ ਸੰਸਾਰ ਦੇ ਵਿੱਚ ਜਿਹੜਾ ਦੁਨਿਆਵੀ ਕਿਸਮ ਦੇ ਸੰਬੰਧ ਹਨ, ਪਰਿਵਾਰ ਸਮਾਜ ਆਦਿਕ ਦਾ ਸਿਲਸਿਲਾ ਲਗਾਤਾਰ ਚੱਲਦਾ ਹੈ। ਇਹ ਦੁਨਿਆਵੀ ਨਿਜ਼ਾਮ ਹੈ ਜਿਹਨੂੰ ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਪੈ ਕੇ ਅੰਜਾਮ ਦਿੰਦੇ ਹਾਂ, ਪੂਰਿਆਂ ਕਰਦੇ ਹਾਂ। ਮਾਤਾ ਇੱਕ ਸੁੱਤ ਨੂੰ ਜਨਮ ਦਿੰਦੀ ਹੈ, ਸੰਗਤ ਇੱਕ ਸੰਤ ਨੂੰ ਜਨਮ ਦਿੰਦੀ ਹੈ। ਇੱਕ ਸੁੱਤ ਦੇ ਜਨਮ ਹੋਣ ਦੇ ਨਾਲ ਕੁਲ ਦਾ ਸਿਲਸਿਲਾ ਅੱਗੇ ਤੁਰ ਪਿਆ ਹੈ। ਇੱਕ ਸੰਤ ਦਾ ਕਿਸੇ ਜਗ੍ਹਾ ਪੈਦਾ ਹੋਣ ਦੇ ਨਾਲ ਜਿਹੜੀ ਅਧਿਆਤਮਿਕਤਾ ਦਾ ਸਿਲਸਿਲਾ ਹੈ, ਜਾਂ ਪ੍ਰਭੂ ਦੀ ਯਾਦ, ਜਾਂ ਇਸ ਦੁਨੀਆ ਦੇ ਵਿੱਚ ਪ੍ਰਭੂ ਦੇ ਰਮੇ ਹੋਣ ਦਾ, ਜਾਂ ਪ੍ਰਭੂ ਦੇ ਮਾਰਗ 'ਤੇ ਚੱਲ ਕੇ ਜੀਵਨ ਦੀ ਉੱਚਤਤਾ, ਜੀਵਨ ਦਾ ਖੇੜਾ ਕਿਵੇਂ ਪ੍ਰਾਪਤ ਹੁੰਦਾ ਹੈ, ਇਹ ਜਿਹੜੀ ਅਧਿਆਤਮਿਕ ਸਿਲਸਿਲਾ ਹੈ, ਅਧਿਆਤਮਿਕ ਪਰਿਵਾਰ ਹੈ, ਉਹ ਇੱਕ ਸੰਤ ਦੇ ਪੈਦਾ ਹੋਣ ਨਾਲ ਧਰਤੀ 'ਤੇ ਪ੍ਰਫੁੱਲਤ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਤ ਕੀ ਗੈਲ ਨਾ ਛੋਡੀਐ। ਇਸ ਕਰਕੇ ਪਹਿਲਾ ਨੁਕਤਾ ਕਿ ਧਰਤੀ 'ਤੇ ਜਿੰਨੀ ਵੀ ਅਧਿਆਤਮਿਕਤਾ ਪੈਦਾ ਹੋਣੀ ਹੈ ਉਹ ਸੰਤ ਪੁਰਖ ਦੁਆਰਾ ਪੈਦਾ ਹੋਣੀ ਹੈ। ਹੁਣ ਜਿੰਨੇ ਆਪ ਜੀ ਪੰਥਾਂ ਦਾ ਆਰੰਭ ਮੰਨਦੇ ਹੋ, ਦੁਨੀਆ ਦੇ ਜਿੰਨੇ ਵੀ ਅੱਜ ਧਰਮ ਨੇ, ਮਜ਼ਹਬ ਨੇ, ਉਹਨਾਂ ਦੇ ਧਰਮ ਗ੍ਰੰਥ ਤਾਂ ਬਾਅਦ ਦੇ ਵਿੱਚ ਹੋਂਦ ਵਿੱਚ ਆਏ। ਪਹਿਲਾਂ ਇੱਕ ਪੂਰਨ ਪੁਰਖ ਉਸ ਜਿਨ੍ਹਾਂ ਨੇ ਪ੍ਰਭੂ ਸਿਮਰਨ, ਗਿਆਨ ਦੀ ਸਾਧਨਾ, ਨਿਰਮਲ ਕਰਮਾਂ ਦੀ ਸਾਧਨਾ ਕੀਤੀ ਅਤੇ ਉਹਨਾਂ ਨੇ ਆਪਣੇ ਜੀਵਨ ਨੂੰ ਪ੍ਰਭੂ ਵਿੱਚ ਅਭੇਦ ਕਰ ਲਿਆ ਤਾਂ ਫਿਰ ਸੰਤ ਕਰਕੇ ਜਗਤ ਵਿੱਚ ਜਾਣੇ ਗਏ। ਫਿਰ ਉਹਨਾਂ ਤੋਂ ਅੱਗੇ ਮਜ਼ਹਬ ਆਰੰਭ ਹੋਏ, ਜਦੋਂ ਉਹਨਾਂ ਨੇ ਆਪਣੇ ਅੰਦਰ ਦੇ ਵੱਡੇ ਅਧਿਆਤਮਿਕ ਅਨੁਭਵਾਂ ਨੂੰ ਬਾਣੀ ਦੇ ਰੂਪ ਵਿੱਚ, ਗ੍ਰੰਥਾਂ ਦੇ ਰੂਪ ਵਿੱਚ ਸੰਸਾਰ ਦੇ ਸਨਮੁਖ ਰੱਖਿਆ। ਤਾਂ ਇਸੇ ਪ੍ਰਕਾਰ ਫਿਰ ਉਹਦੇ ਨਾਲ ਸੰਸਾਰ ਨੂੰ ਇੱਕ ਆਸ ਦੀ ਕਿਰਨ ਜਾਗੀ ਕਿ ਜੀਵਨ ਦਾ ਪਰਮ ਜਿਹੜਾ ਸੁੱਖ ਹੈ ਉਹ ਇਹਨਾਂ ਉੱਤਮ ਪੁਰਖਾਂ ਦੇ ਉਪਦੇਸ਼ਾਂ ਵਿੱਚ ਪਿਆ ਹੋਇਆ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੰਤ ਕੀ ਗੈਲ ਨਾ ਛੋਡੀਐ। ਹੁਣ ਸੰਤ ਕੀ ਗੈਲ ਨਾ ਛੋਡਣ ਦਾ ਜਾਂ ਉਹਦੀ ਸ਼ਰਨ ਜਾਣ ਦਾ ਜਿਹੜਾ ਅਤ ਅਵਸ਼ਕ ਕਾਰਨ ਕੀ ਹੈ ਕਿ ਦਰਅਸਲ ਇਵੇਂ ਅੱਜ ਜਿਵੇਂ ਕਿਸੇ ਮਨੁੱਖ ਦੇ ਅੰਦਰ ਅਧਿਆਤਮਿਕ ਪ੍ਰੇਰਣਾ ਜਾਗਦੀ ਹੈ, ਉਹ ਕੁਝ ਦਿਨ ਸਾਧਨਾ ਕਰਦਾ ਹੈ ਤਾਂ ਜਿਹੜੇ ਉਹਦੇ ਮਨ ਦੇ ਪੂਰਬਲੇ ਸੰਸਕਾਰ ਨੇ, ਕਿਉਂਕਿ ਉਹ ਪਹਿਲਾਂ ਮਲੀਨ ਰਹੇ ਨੇ, ਸ਼ੁੱਧ ਨਹੀਂ ਰਹੇ ਹਨ, ਤਾਂ ਉਹ ਪ੍ਰਭਾਵ ਪਾਉਣਾ ਸ਼ੁਰੂ ਕਰਦੇ ਨੇ। ਮਨੁੱਖ ਦੀ ਸਾਧਨਾ ਮਹੀਨੇ ਕੁ ਬਾਅਦ ਹੀ ਥਿੜਕ ਜਾਂਦੀ ਹੈ। ਉਹਨੇ ਜਿਸ ਨੇਮ ਦਾ ਪ੍ਰਣ ਕੀਤਾ ਹੁੰਦਾ ਉਹੀ ਨੇਮ ਹੌਲੀ ਹੌਲੀ ਡਗਮਗਾਉਣ ਲੱਗ ਪੈਂਦਾ ਹੈ। ਫਿਰ ਜਿਹੜੀ ਸੰਤ ਪੁਰਖ ਦੀ ਸੰਗਤ ਹੈ ਉਹ ਕੀ ਕਰਦੀ ਹੈ? ਹੁਣ ਸਾਨੂੰ ਸਾਡਾ ਕੋਈ ਨੇਮ ਡਗਮਗਾਵੇ, ਜਿਵੇਂ ਕਈ ਵਾਰੀ ਕੁਝ ਬੰਦਿਆਂ ਦਾ ਕਿਸੇ ਕਾਰਨ ਨੇਮ ਦਾ ਸਿਲਸਿਲਾ ਥੋੜ੍ਹਾ ਭੰਗ ਹੋ ਜਾਂਦਾ ਹੈ, ਉਹ ਚਿੰਤਾ ਰੂਪ ਦੇ ਵਿੱਚ ਕਿਸੇ ਨਾਲ ਸਾਂਝਾ ਕਰਦੇ ਨੇ ਅਤੇ ਅੱਗੋਂ ਜਵਾਬ ਮਿਲਦਾ, ਚੱਲ ਕੋਈ ਨਾ, ਬਾਕੀ ਦਿਨ ਤਾਂ ਤੂੰ ਕਰਦਾ ਹੀ ਹੈ। ਇਸ ਕਰਕੇ ਉਹ ਉਸ ਗੱਲ ਨੂੰ ਉਵੇਂ ਨਹੀਂ ਲੈਂਦੇ ਅਤੇ ਮਤਲਬ ਉਹਦੀ ਜਿਹੜੀ ਇੱਕ ਅਧਿਆਤਮਿਕ ਜੀਵਨ ਦੇ ਵਿੱਚੋਂ ਚਿੰਤਾ ਪੈਦਾ ਹੋਈ ਉਹਦੇ ਨੇਮ ਦੇ ਭੰਗ ਹੋਣ ਦੀ, ਉਸ ਚਿੰਤਾ ਨੂੰ ਸੰਸਾਰ ਉਨੀ ਪ੍ਰਮੁੱਖਤਾ ਦਿੰਦਾ ਹੀ ਨਹੀਂ। ਇਸ ਕਰਕੇ ਫਿਰ ਉਹਦੀ ਜਿਹੜੀ ਇੱਕ ਤਾਂ ਉਹਦੇ ਅੰਦਰ ਵੈਸੇ ਚਿੰਤਾ ਪੈਦਾ ਹੋ ਗਈ ਹੈ ਆਪਣੇ ਨੇਮ ਦੇ ਭੰਗ ਹੋਣ ਕਰਕੇ, ਉਹਦਾ ਆਪਣਾ ਮਨ ਵਸ ਵਿੱਚ ਨਹੀਂ ਆ ਰਿਹਾ ਅਤੇ ਸੰਸਾਰ ਕੋਲੋਂ ਇਹਦੀ ਮਦਦ ਲਏਗਾ ਅਤੇ ਸੰਸਾਰ ਦੇ ਵਿੱਚ ਕੁਝ ਵੀ ਐਸਾ ਨਹੀਂ ਹੈ ਜਿਹੜਾ ਉਹਨੂੰ ਅਧਿਆਤਮਿਕ ਮਾਰਗ 'ਤੇ ਪਰਪੱਕ ਕਰ ਸਕੇ। ਇਸ ਕਰਕੇ ਇੱਕ ਐਸੇ ਉੱਤਮ ਪੁਰਖ ਦੀ ਲੋੜ ਹੈ ਜਿਹੜਾ ਉਹਦੇ ਪੂਰਬਲੇ ਸੰਸਕਾਰਾਂ ਦੇ ਜ਼ੋਰ ਕਰਕੇ ਜਿਹੜਾ ਉਹਦਾ ਸਾਧਨਾ ਤੋਂ ਮੋਹ ਯਤਨ ਭੰਗ ਹੋ ਰਿਹਾ ਹੈ, ਉਹਦਾ ਮੁੜ ਬੈਲੈਂਸ ਬਣਾਵੇ ਅਤੇ ਉਹਨੂੰ ਸਾਧਨਾ ਦੇ ਵਿੱਚ ਲਗਾਤਾਰ ਕਿਰਿਆਸ਼ੀਲ ਰੱਖੇ। ਤਾਂ ਇਸੇ ਪ੍ਰਕਾਰ ਫਿਰ ਤਾਂ ਕਰਕੇ ਲੋੜ ਹੈ ਕਿ ਕਬੀਰ ਸੰਤ ਕੀ ਗੈਲ ਨਾ ਛੋਡੀਐ, ਕਿ ਨਿਰਮਲ ਕਰਮ ਕਰਨ ਦਾ ਮਾਰਗ ਤਾਂ ਪਕੜ ਲਿਆ, ਹੁਣ ਉਸ ਮਾਰਗ 'ਤੇ ਚੱਲਦਿਆਂ ਜਿਹੜਾ ਯਤਨ ਭੰਗ ਹੋ ਰਿਹਾ, ਜਿਹੜਾ ਉਤਸ਼ਾਹ ਮੰਦਾ ਪੈ ਰਿਹਾ ਹੈ, ਉਹਨੂੰ ਫਿਰ ਦੁਬਾਰਾ ਬਣਾ ਕੇ ਤੁਹਾਨੂੰ ਪ੍ਰਭੂ ਮਾਰਗ 'ਤੇ ਜੋੜੇ ਰੱਖਣਾ,
ਇਹੀ ਐਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਵੇਂ ਇੱਕ ਜਨਨੀ ਇੱਕ ਸੁੱਤ ਨੂੰ ਪੈਦਾ ਕਰ ਲੈਂਦੀ, ਫਿਰ ਉਹਦੀ ਪਰਵਰਿਸ਼ ਕਰਦੀ ਹੈ, ਅਤੇ ਇੱਕ ਦਿਨ ਆਉਂਦਾ ਜਦੋਂ ਉਹਨੂੰ ਪੂਰਾ ਉਹ ਸਾਬਤ ਬਣਾ ਦਿੰਦੀ ਹੈ, ਸਵਾਰ ਸ਼ਿੰਗਾਰ ਦਿੰਦੀ ਹੈ, ਅਤੇ ਉਹ ਸਮਾਜ ਦੇ ਵਿੱਚ ਇੱਕ ਚੰਗੀ ਸ਼ੋਭਾ ਪਾਉਂਦਾ ਹੈ। ਇਸੇ ਪ੍ਰਕਾਰ ਸੰਤ ਦੇ ਕੋਲ ਜਦ ਇੱਕ ਮਨਮੁਖੀ ਬੰਦਾ, ਇੱਕ ਸੰਸਾਰੀ ਬੰਦਾ ਜਾਂ ਮਾਇਆ ਦੀ ਭਟਕਣ ਵਿੱਚ ਗ੍ਰਸਤ ਹੋਇਆ ਬੰਦਾ ਸੰਤ ਕੋਲ ਜਾਂਦਾ ਹੈ, ਅਤੇ ਸੰਤ ਨੂੰ ਪਤਾ ਹੈ ਕਿ ਸਾਰਾ ਜਗਤ ਗ੍ਰਸਤ ਹੋ ਰਿਹਾ ਹੈ, ਉਹ ਆਪ ਉਸ ਸਾਧਨਾ ਦੇ ਵਿੱਚੋਂ, ਜਿਵੇਂ ਹੁਣ ਜਿਹੜੀ ਜਨਨੀ ਹੈ ਉਹੀ ਔਲਾਦ ਨੂੰ ਜਨਮ ਦੇਣ ਦੇ ਸਮਰੱਥ ਹੈ, ਦੂਜਾ ਤਾਂ ਕੋਈ ਐਸਾ ਸਿਲਸਿਲਾ ਹੈ ਨਹੀਂ ਜਗਤ ਵਿੱਚ। ਇਸੇ ਪ੍ਰਕਾਰ ਜਿਹੜਾ ਸੰਤ ਹੈ ਉਹੀ ਗੁਰਮੁਖ ਨੂੰ, ਉਹੀ ਕਿਸੇ ਸਾਧਕ ਨੂੰ ਪੈਦਾ ਕਰਨ ਦੇ ਸਮਰੱਥ ਹੈ, ਕਿਉਂਕਿ ਉਹਦੇ ਕੋਲ ਉਹ ਤਾਣ ਹੈ, ਉਹਦੇ ਕੋਲ ਉਹ ਸਮਰੱਥਾ ਹੈ ਜਿਹਦੇ ਨਾਲ ਉਹ ਕਿਸੇ ਦਾ ਜੀਵਨ ਪਰਿਵਰਤਨ ਕਰਕੇ ਉਹਨੂੰ ਗੁਰਮੁਖ ਸਾਧਕ ਕੁਝ ਨਾ ਕੁਝ ਬਣਾ ਸਕਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ। ਇਸ ਕਰਕੇ ਕਦੀ ਸੰਤ ਪੁਰਖ ਦਾ ਸੰਗ ਨਹੀਂ ਛੱਡਣਾ ਚਾਹੀਦਾ, ਜਦ ਕਦੇ ਵੀ ਪ੍ਰਾਪਤ ਹੋ ਜਾਵੇ ਉਹਦੇ ਅਭਿਆਸ ਵਿੱਚ ਰਹਿਣਾ ਚਾਹੀਦਾ। ਇਸ ਗੱਲ ਦਾ ਇੱਕ ਮੈਂ ਸਰਲ ਜਿਹਾ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ। ਇੱਕ ਜਗਿਆਸੂ ਕਿਸੇ ਪੂਰਨ ਪੁਰਖ ਦੇ ਕੋਲ ਗਿਆ, ਅਤੇ ਜਾ ਕੇ, ਕਿਉਂਕਿ ਉਹ ਜਗਿਆਸੂ ਸੀ, ਇਸ ਕਰਕੇ ਇਹਨਾਂ ਸ਼ਬਦਾਂ ਦਾ ਥੋੜ੍ਹਾ ਭੇਦ ਹਮੇਸ਼ਾ ਜਾਣਦੇ ਰਹਿਣਾ ਚਾਹੀਦਾ ਹੈ। ਜਗਿਆਸੂ, ਸਾਧਕ, ਮਨਮੁਖੀ, ਸੰਸਾਰੀ, ਇਹ ਸਾਰੇ ਵੱਖੋ ਵੱਖ ਸ਼ਬਦਾਂ ਦੇ ਅਰਥ ਨੇ। ਇੱਕ ਜਗਿਆਸੂ ਮਤਲਬ ਜਿਹਦੇ ਅੰਦਰ ਜਾਣਨ ਦੀ ਚਾਹਤ ਹੈ, ਕੇਵਲ ਜਾਣਨ ਦੀ, ਜਾਣ ਕੇ ਉਹ ਉਹਦਾ ਕਰਮ ਕਰੇਗਾ, ਇਹ ਅੱਗੇ ਜਾ ਕੇ ਨਿਰਭਰ ਹੈ। ਇੱਕ ਜਗਿਆਸੂ ਕਿਸੇ ਉੱਤਮ ਪੁਰਖ ਦੇ ਕੋਲ ਗਿਆ, ਜਾ ਕੇ ਕਹਿਣ ਲੱਗਾ, ਕਿਉਂਕਿ ਉਹ ਸੰਤ ਦੇ ਕੋਲ ਅਜੇ ਸ਼ਰਧਾ ਵਾਸ ਨਹੀਂ ਗਿਆ, ਉਹ ਸੰਤ ਦੇ ਕੋਲ ਜਗਿਆਸਾ ਵਿੱਚ ਗਿਆ ਹੈ। ਜਗਿਆਸਾ ਵਸ ਜਾ ਕੇ ਉਹਨੂੰ ਕਹਿਣ ਲੱਗਾ ਕਿ ਤੁਸੀਂ ਸਾਰਾ ਦਿਨ ਪ੍ਰਭੂ ਦੀ ਯਾਦ ਵਿੱਚ ਆਪਣਾ ਧਿਆਨ, ਆਪਣਾ ਚਿੱਤ ਕਿਵੇਂ ਲਗਾਈ ਰੱਖਦੇ ਹੋ? ਇਹ ਤਾਂ ਬੜਾ ਔਖਾ ਹੈ, ਬੜਾ ਕਠਿਨ ਹੈ। ਤਾਂ ਇਹ ਤੁਸੀਂ ਕਿਵੇਂ ਇਸ ਗੱਲ ਨੂੰ ਸੰਭਵ ਬਣਾ ਲੈਂਦੇ ਹੋ ਕਿ ਹਰ ਵੇਲੇ ਤੁਹਾਡਾ ਚਿੱਤ, ਤੁਹਾਡੀ ਰਸਨਾ ਪ੍ਰਭੂ ਸਿਮਰਨ ਵੱਲ ਲੱਗੀ ਰਹਿੰਦੀ ਹੈ? ਉਸ ਪੂਰਨ ਪੁਰਖ ਨੇ ਉਹਨੂੰ ਕੁਝ ਮਤਲਬ ਧਨ ਆਦਿਕ, ਪੂੰਜੀ ਆਦਿਕ ਦੇ ਦਿੱਤੀ, ਕਾਫੀ ਸਾਰੀ ਵੱਡੀ ਮਾਤਰਾ ਦੇ ਵਿੱਚ। ਉਹਨੂੰ ਕਿਹਾ ਗਿਣਦਾ ਜਾ, ਕੋਈ ਬਹੁਤ ਵੱਡੀ ਪੂੰਜੀ ਸੀ ਪੈਸੇ ਆਦਿਕ ਦੀ, ਗਿਣਦਾ ਗਿਆ। ਅਤੇ ਉਹਨੇ ਪਹਿਲਾਂ ਨਾਲੇ ਵੀ ਕਹਿ ਦਿੱਤਾ ਕਿ ਜਿੰਨੀ ਗਿਣ ਲਏਗਾ ਉਸ ਤੋਂ ਬਾਅਦ ਜਿੰਨੀ ਗਿਣਤੀ ਹੋਵੇਗੀ ਅੱਧੀ ਤੇਰੀ। ਉਹ ਗਿਣਦਾ ਗਿਆ, ਗਿਣ ਕੇ ਮਹਾਤਮਾ ਦੇ ਕੋਲ ਗਿਆ, ਕਹਿਣ ਲੱਗਾ ਜੀ ਇੰਨੇ ਕੁ ਲੱਖ ਹੈ। ਉਹ ਪੂਰਨ ਪੁਰਖ ਕਹਿਣ ਲੱਗਾ ਕਿ ਜਦੋਂ ਤੂੰ ਮਾਇਆ ਗਿਣ ਰਿਹਾ ਸੀ ਉਦੋਂ ਤੇਰਾ ਚਿੱਤ ਕਿਸੇ ਹੋਰ ਪਾਸੇ ਭਰਮਿਆ, ਜਾਂ ਤੈਨੂੰ ਇੰਨੇ ਜ਼ਿਆਦਾ ਪੂੰਜੀ ਗਿਣ ਲੱਗਾ ਤੇਰੇ ਮਨ ਦੇ ਵਿੱਚ ਕੋਈ ਥਕਾਵਟ, ਕੋਈ ਚੰਕਾ ਜਾਂ ਕੋਈ ਆਲਸ ਪੈਦਾ ਹੋਇਆ? ਕਹਿਣ ਲੱਗਾ ਨਹੀਂ। ਕਹਿੰਦਾ ਇਹਦਾ ਕਾਰਨ ਪਤਾ ਕਿਉਂ ਨਹੀਂ ਪੈਦਾ ਹੋਇਆ? ਕਿਉਂਕਿ ਤੇਰੇ ਅੰਦਰ ਮਾਇਆ ਦੀ ਦੀਰਘ ਸਮਝ ਹੈ। ਇੱਕ ਤਾਂ ਸਮਝ ਹੈ ਕਿ ਇਹ ਮੇਰੇ ਕਾਰਜ ਸਵਾਰਦੀ ਹੈ, ਇੱਕ ਸਮਝ ਇਹ ਹੈ ਤੈਨੂੰ ਪਤਾ ਹੈ ਕਿ ਅੱਧੀ ਮੈਨੂੰ ਮਿਲ ਜਾਣੀ ਜੇ ਮੈਂ ਪੂਰੀ ਗਿਣ ਲਵਾਂਗਾ। ਇਸ ਕਰਕੇ ਇਹ ਦੋ ਭਾਵ ਤੇਰੇ ਅੰਦਰ ਪਹਿਲਾਂ ਵਸੇ ਹੋਏ ਹਨ। ਇਸ ਕਰਕੇ ਮਾਇਆ ਦੇ ਗਿਣਨ ਦਾ ਕੰਮ ਕਰਦਿਆਂ ਤੈਨੂੰ ਥਕਾਵਟ ਮਹਿਸੂਸ ਨਹੀਂ ਹੋਈ, ਨਾ ਤੇਰਾ ਧਿਆਨ ਕਿਸੇ ਦੂਜੇ ਤਰਫ ਹੋਇਆ, ਕਿਉਂਕਿ ਤੇਰੇ ਚਿੱਤ ਦੇ ਅੰਦਰ ਮਾਇਆ ਦਾ ਦਖਲ ਹੈ, ਅਤੇ ਇਸ ਕਰਕੇ ਤੈਨੂੰ ਇਹ ਕੰਮ ਸੌਖਾ ਲੱਗਿਆ। ਸਾਡਾ ਵੀ ਇਸੇ ਪ੍ਰਕਾਰ ਸੀ, ਪਰ ਅਸੀਂ ਆਪਣੇ ਚਿੱਤ ਨੂੰ ਮਾਇਆ ਦੇ ਇਹਨਾਂ ਕਾਰਨਾਂ ਦੀ ਤਰਫੋਂ ਹਟਾ ਕੇ ਪ੍ਰਭੂ ਵੱਲ ਲਗਾਇਆ ਹੈ। ਜਿਵੇਂ ਤੈਨੂੰ ਕਈ 100 ਕਰੋੜ ਸੰਪੱਤੀ ਗਿਣਨੀ ਪਏ ਤੂੰ ਨਹੀਂ ਥੱਕੇਂਗਾ, ਇਸੇ ਪ੍ਰਕਾਰ ਕਿਉਂਕਿ ਤੇਰਾ ਉਹਦੇ ਨਾਲ ਚਿੱਤ ਜੁੜਿਆ ਹੋਇਆ ਹੈ ਅਤੇ ਉਹ ਤੈਨੂੰ ਕਰਮ ਅਕਾਊਪੁਣਾ ਨਹੀਂ ਪੈਦਾ ਕਰੇਗਾ। ਇਸੇ ਪ੍ਰਕਾਰ ਜਿਹੜਾ ਸਾਡਾ ਚਿੱਤ ਹੈ ਪ੍ਰਭੂ ਯਾਦ ਨਾਲ ਜੁੜਿਆ ਹੈ, ਅਤੇ ਉਸ ਯਾਦ ਨਾਲ ਜੁੜ ਕੇ ਸਾਨੂੰ ਇਹ ਸਮਝ ਆਇਆ ਹੈ ਕਿ ਜੋ ਸੁੱਖ ਪ੍ਰਭੂ ਦੀ ਯਾਦ ਵਿੱਚ ਹੈ ਉਹ ਕਿਸੇ ਹੋਰ ਵਿੱਚ ਨਹੀਂ ਹੈ। ਇਸ ਕਰਕੇ ਸਦਾ ਪ੍ਰਭੂ ਦਾ ਸਿਮਰਨ ਸਾਡਾ ਕਰਮ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਜਦੋਂ ਉਹਦੇ ਪਹਿਲੇ ਸਵਾਲ ਦੀ ਨਿਸ਼ਾ ਹੋ ਗਈ, ਦੂਜੇ ਸਵਾਲ ਦਾ ਉਹ ਜ਼ਿਕਰ ਕਰਦਿਆਂ ਕਹਿਣ ਲੱਗਾ ਕਿ ਜਿਹੜੇ ਜੀਵਨ ਕੀ ਚੀਜ਼ ਹੈ, ਜੀਵਨ ਦਾ ਫਿਰ ਅਰਥ ਕੀ ਹੈ, ਤੁਸੀਂ ਜੀਵਨ ਦਾ ਮਨੋਰਥ ਕੀ ਸਮਝਦੇ ਹੋ, ਜਾਂ ਜੀਵਨ ਕੀ? ਉਹਨੇ ਇਹ ਪ੍ਰਸ਼ਨ ਕੀਤੇ। ਤਾਂ ਮਹਾਤਮਾ ਨੇ ਕਿਹਾ ਇੱਕ ਬੀਜ ਪਕੜਿਆ ਹੋਇਆ ਸੀ। ਕਹਿਣ ਲੱਗਾ ਇਹ ਬੀਜ ਰੂਪ ਸਾਨੂੰ ਜਨਮ ਪ੍ਰਾਪਤ ਹੁੰਦਾ ਹੈ, ਅਤੇ ਅਧਿਆਤਮਿਕਤਾ ਸਾਨੂੰ ਇਹ ਦਿੰਦੀ ਹੈ ਕਿ ਜੇ ਤਾਂ ਬੀਜ ਜ਼ਮੀਨ ਦੀ ਉੱਪਰਲੀ ਸੱਤਾ 'ਤੇ ਰਿਹਾ, ਹੋ ਸਕਦਾ ਇਹਨੂੰ ਕਾਲ ਦੇ ਪੰਛੀ, ਵਿਕਾਰਾਂ ਦੇ ਪੰਛੀ ਉਡਾ ਕੇ ਚੁੱਕ ਕੇ ਲੈ ਜਾਣ, ਅਤੇ ਇਹਦੀ ਜਿਹੜੀ ਵੀ ਸੰਭਾਵਨਾ ਇਹਦੇ ਵਿੱਚ ਹੈ ਉਹ ਖਤਮ ਹੋ ਜਾਏ। ਇਸ ਕਰਕੇ ਅਸੀਂ ਆਪਣੇ ਜੀਵਨ ਨੂੰ ਬੀਜ ਰੂਪ ਸਮਝਦੇ ਹਾਂ, ਅਤੇ ਇਹਨੂੰ ਪ੍ਰਭੂ ਦੀ ਯਾਦ ਦੇ ਵਿੱਚ, ਉਹਦੀ ਸਿਫਤ ਦੇ ਵਿੱਚ, ਉਹਦੇ ਧਿਆਨ ਦੇ ਵਿੱਚ ਪੂਰੀ ਤਰ੍ਹਾਂ ਬੀਜ ਦਿੰਦੇ ਹਾਂ, ਪੂਰੀ ਤਰ੍ਹਾਂ ਖਤਮ ਕਰ ਦਿੰਦੇ ਹਾਂ। ਫਿਰ ਸਾਡਾ ਜੀਵਨ ਪ੍ਰਭੂ ਦੀ ਬਖਸ਼ਿਸ਼ ਵਾਲਾ ਬਣ ਕੇ
ਰੁੱਖ ਬਣ ਜਾਂਦਾ ਹੈ ਅਤੇ ਫਿਰ ਉਹ ਸਦੀਵ ਹੋ ਜਾਂਦਾ ਹੈ। ਇਸ ਕਰਕੇ ਮੇਰੇ ਕੋਲ ਜੀਵਨ ਦਾ ਜਿਹੜਾ ਨੁਕਤਾ ਹੈ ਉਹ ਬੀਜ ਹੈ। ਫਿਰ ਉਹ ਕਹਿਣ ਲੱਗਾ ਕਿ ਜਿਹੜਾ ਤੁਸੀਂ ਸੰਸਾਰ ਤੋਂ ਨਿਰਲੇਪ ਕਿਵੇਂ ਰਹਿ ਲੈਂਦੇ ਹੋ, ਕਿਉਂਕਿ ਇੰਨਾ ਸਮਾਂ ਤੁਸੀਂ ਸੰਸਾਰ ਵਿੱਚ ਬਿਤਾਇਆ ਹੈ। ਇਸ ਪ੍ਰਕਾਰ ਉਹ ਫਿਰ ਮਹਾਤਮਾ ਨੇ ਉਹ ਪਾਣੀ ਦੇ ਵਿੱਚ ਤੇਲ ਘੋਲ ਦਿੱਤਾ, ਕਹਿੰਦਾ ਇਹਨੂੰ ਘੋਲੀ ਜਾ। ਉਹ ਕਾਫੀ ਸਮਾਂ ਉਸ ਨੂੰ ਘੋਲਦਾ ਰਿਹਾ ਪਰ ਉਹ ਰਲਿਆ ਨਾ, ਫਿਰ ਥੋੜ੍ਹੇ ਸਮੇਂ ਬਾਅਦ ਵੱਖੋ ਵੱਖ ਹੋ ਗਿਆ। ਮਹਾਤਮਾ ਕਹਿਣ ਲੱਗਾ ਕਿ ਇਸੇ ਪ੍ਰਕਾਰ ਆਤਮ ਗਿਆਨ ਦ੍ਰਿੜ ਕਰਕੇ, ਆਪਣੇ ਗਿਆਨ ਇੰਦਰੀ ਕਰਮ ਇੰਦਰੀਆਂ ਦੀ ਸਾਧਨਾ ਕਰਕੇ ਅਸੀਂ ਆਪਣੇ ਆਪ ਨੂੰ ਇੰਨਾ ਸਟੀਕ ਬਣਾ ਲਿਆ ਕਿ ਜਗਤ ਦੀ ਮਾਇਆ ਕਿੰਨਾ ਵੀ ਪ੍ਰਭਾਵ ਪਾਵੇ, ਜਗਤ ਕਿੰਨਾ ਵੀ ਆਪਣੇ ਤਰਫ ਕਿਉਂ ਨਾ ਖਿੱਚੇ, ਵਿਕਾਰਾਂ ਦਾ ਆਕਰਸ਼ਣ, ਪਦਾਰਥਾਂ ਦਾ ਮੋਹ, ਸੰਬੰਧਾਂ ਦੀ ਜਿਹੜੀ ਹੋਰ ਸਾਰਾ ਕੁਝ ਹੈ, ਤਾਂ ਵੀ ਨਹੀਂ ਹੁੰਦਾ, ਕਿਉਂਕਿ ਸਾਡਾ ਇੱਕ ਆਪਣਾ ਮੂਲ ਸੁਭਾਅ ਬਣ ਗਿਆ। ਜਿਵੇਂ ਤੇਲ ਦਾ ਸੁਭਾਅ ਪਾਣੀ ਵਿੱਚ ਨਹੀਂ ਰਲਦਾ, ਉਵੇਂ ਹੀ ਸਾਡਾ ਕਰਮ ਹੈ। ਇਸ ਕਰਕੇ ਸਾਡੇ ਲਈ ਜੀਵਨ ਦੇ ਵਿੱਚ ਨਿਰਲੇਪ ਰਹਿਣਾ ਸੌਖਾ ਹੈ। ਫਿਰ ਕਹਿੰਦਾ ਜੀਵਨ ਦਾ ਤੁਹਾਨੂੰ ਮਨੋਰਥ ਤਾਂ ਪ੍ਰਾਪਤ ਹੋ ਗਿਆ ਹੈ ਕਿ ਪ੍ਰਭੂ ਵਿੱਚ ਤਾਂ ਭੇਦ ਹੋ ਗਏ ਹੋ, ਹੁਣ ਇਸ ਜੀਵਨ ਦਾ ਅਗਲਾ ਕੀ ਕਾਰਜ ਪ੍ਰਮੁੱਖ ਰੱਖਦੇ ਹੋ? ਉਹਨਾਂ ਨੇ ਕਿਹਾ ਅਗਲਾ ਕਾਰਜ ਇਹ ਹੈ ਕਿ ਜੋ ਆਨੰਦ ਦੇ ਸਹਿਤ ਅਸੀਂ ਹੋ ਚੁੱਕੇ ਹਾਂ, ਇਸ ਆਨੰਦ ਨੂੰ ਆਪਣੀ ਨਿੱਜ ਦੀ ਮਲਕੀਅਤ ਨਹੀਂ ਬਣਾਉਂਦੇ, ਅਤੇ ਇਸ ਕਰਕੇ ਅਸੀਂ ਆਪਣੇ ਇਸ ਆਨੰਦ ਨੂੰ, ਆਪਣੇ ਅੰਦਰ ਬਣੀ ਹੋਈ ਦਇਆ ਨੂੰ, ਕਰੁਣਾ ਨੂੰ, ਇਸ ਸਾਰੀ ਕੁਝ ਨੂੰ ਪਰਉਪਕਾਰ ਦੇ ਵਿੱਚ ਪਾ ਦਿੰਦੇ ਹਾਂ। ਪਰਉਪਕਾਰ ਦੇ ਭਾਂਡੇ ਵਿੱਚ ਜੇ ਗਿਆਨ ਹੈ ਉਹ ਵੀ ਸੰਸਾਰ ਦੇ ਭਲੇ ਲਈ, ਜੇ ਕੋਲ ਪਦਾਰਥ ਹੈ ਉਹ ਵੀ ਸੰਸਾਰ ਦੇ ਭਲੇ ਲਈ, ਅਤੇ ਜਿਹੜਾ ਕੁਝ ਸਾਡੇ ਕਰਮਾਂ ਦਾ ਵੈਸੇ ਨਿਸ਼ਚਿਤ ਵਿਧਾਨ ਫਲ ਮਿਲਿਆ ਸੀ ਉਹਨੂੰ ਵੀ ਸੰਸਾਰ ਦੇ ਲਈ ਕੁਰਬਾਨ ਕਰ ਦੇਣਾ, ਇਹ ਸਾਡੇ ਪਰਉਪਕਾਰ ਦਾ ਮਨੋਰਥ ਹੈ। ਇਸ ਪ੍ਰਕਾਰ ਉਸ ਜਗਿਆਸੂ ਨੇ ਜਦੋਂ ਸੰਤ ਪੁਰਖ ਨੂੰ ਜਾਣਿਆ, ਕਬੀਰ ਸੰਤ ਕੀ ਗੈਲ ਨਾ ਛੋਡੀ ਹੈ। ਅੱਜ ਦੇਖੋ ਅਧਿਆਤਮਿਕਤਾ ਕਿਉਂ ਨਹੀਂ ਪ੍ਰਫੁੱਲਤ ਹੋ ਰਹੀ, ਕਿਉਂਕਿ ਸੰਤ ਪੁਰਖ ਹੀ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਕਈ ਵਾਰੀ ਸੁਭਾਵਕ ਯਾਦ ਆਉਂਦੇ ਹਨ ਕਿ ਅੱਜ 130-140 ਕਰੋੜ ਦੀ ਆਬਾਦੀ ਹੈ ਭਾਰਤ ਦੀ, ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਹਨ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ। ਹੋ ਸਕਦਾ ਹੈ ਕਰੋੜ ਦੇ ਵਿੱਚੋਂ 1 ਲੱਖ ਗਿਆਨੀ ਹੋਵੇ, ਕਰੋੜ ਦੇ ਵਿੱਚੋਂ 10,000 ਸਾਧੂ ਹੋਵੇ, ਪਰ ਕਰੋੜ ਦੇ ਵਿੱਚੋਂ ਸੰਤ ਬੜੀ ਮੁਸ਼ਕਿਲ ਦੇ ਨਾਲ ਇੱਕ ਹੋ ਸਕਦਾ। ਇਸ ਕਰਕੇ ਅਧਿਆਤਮਿਕਤਾ ਜਿਹੜੀ ਹੈ ਉਹ ਗਿਆਨੀਆਂ ਦੇ ਸਿਰ 'ਤੇ ਨਹੀਂ ਚੱਲਦੀ, ਅਤੇ ਉਹ ਇਸ ਕਰਕੇ ਤਾਂ ਅੱਜ ਸਾਨੂੰ ਲੱਗਦਾ ਕਿ ਜਿਹੜਾ ਸਿੱਖੀ ਦਾ ਪਸਾਰ ਹੈ ਉਹ ਗਿਆਨੀਆਂ ਦੇ ਨਾਲ ਵੱਧ ਜਾਏਗਾ। ਅਸੀਂ ਗਿਆਨੀ ਪੈਦਾ ਕਰਨ 'ਤੇ ਜ਼ੋਰ ਲਾਇਆ ਹੋਇਆ, ਪਰ ਅਸਲ ਦੇ ਵਿੱਚ ਨੁਕਤਾ ਇਹ ਹੈ ਕਿ ਜਿਹੜੀ ਬੰਦਗੀ ਦੇ ਘਾੜਤ ਵਿੱਚ ਜੀਵਨ ਦੇ ਅਨੁਭਵ ਨੂੰ ਅਧਿਆਤਮਿਕਤਾ ਸਹਿਤ ਕਮਾ ਲੈਣਗੇ, ਉਹਨਾਂ ਦੇ ਨਾਲ ਕੋਈ ਜਿਹੜੀ ਸਿੱਖਾਂ ਦੀ ਅਧਿਆਤਮਿਕਤਾ ਪ੍ਰਫੁੱਲਤ ਹੋਣੀ ਹੈ। ਜਦੋਂ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਕਾਲ ਦੇਖੋ, ਉਹ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਰਕੇ ਦੇਖ ਲੈਂਦੇ ਸਨ ਕਿ ਹੁਣ ਇਹਦਾ ਜੀਵਨ ਬਰਕਤ ਵਾਲਾ ਹੋ ਗਿਆ ਹੈ, ਫਿਰ ਉਹਨੂੰ ਚਾਹੇ ਮੰਜੀਦਾਰ ਥਾਪਦੇ ਸਨ ਜਾਂ ਕਿਸੇ ਧਰਮਸਾਲ ਦੀ ਜ਼ਿੰਮੇਵਾਰੀ ਦਿੰਦੇ ਸਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਕੀ ਗੈਲ ਨਾ ਛੋਡੀ ਹੈ, ਕਿਉਂਕਿ ਸੰਤ ਕੋਲੋਂ ਬੜੀਆਂ ਸਮਰਥਾਵਾਂ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦਾ ਕਦੀ ਵੀ ਨਹੀਂ ਛੱਡਣਾ ਚਾਹੀਦਾ। ਮਾਰਗ ਲਾਗਾ ਜਾਓ, ਜਿਸ ਮਾਰਗ ਨੂੰ ਉਹ ਦ੍ਰਿੜ ਕਰ ਰਿਹਾ ਹੈ ਉਸੇ ਮਾਰਗ 'ਤੇ ਚੱਲਣਾ ਚਾਹੀਦਾ। ਭਗਤ ਕਬੀਰ ਸਾਹਿਬ ਦੀ ਬਾਣੀ 'ਚ ਆਪਣਾ ਪ੍ਰਮਾਣ ਪਿਆ ਹੈ। ਹੁਣ ਦੇਖੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਬਿਗਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਕਹਿੰਦੇ ਜਿਹੜੀ ਅੱਜ ਮੇਰੇ ਜੀਵਨ ਦੇ ਵਿੱਚ ਉੱਤਮਤਾ ਹੈ ਕਿ ਮੇਰੀ ਰਸਨਾ ਦੇ ਉੱਪਰ ਹਰ ਵੇਲੇ ਰਾਮ ਵਸਿਆ ਰਹਿੰਦਾ ਹੈ, ਮੈਂ ਸਾਖਤ ਪੁਰਖਾਂ ਦੇ ਸੰਗ ਤੋਂ ਦੂਰ ਰਹਿੰਦਾ ਹਾਂ, ਆਪਣੇ ਜੀਵਨ ਦੇ ਵਿੱਚ ਗਿਆਨ ਦੀ ਸਾਧਨਾ ਦੇ ਸਹਿਤ ਮੇਰੇ ਜੀਵਨ ਦਾ ਉੱਚਾ ਸੁੱਚਾ ਨਿਰਮਲ ਆਚਰਣ ਰਹਿੰਦਾ ਹੈ। ਕਹਿੰਦੇ ਕਾਹਦੇ ਕਰਕੇ ਹੈ? ਸੰਤਨ ਸੰਗ ਕਬੀਰਾ ਬਿਗਰਿਓ, ਕਿ ਜਦੋਂ ਸੰਤ ਜਨਾਂ ਦਾ ਸੰਗ ਕੀਤਾ ਫਿਰ ਉਹਨਾਂ ਦੇ ਜੀਵਨ ਦੀ ਉਚਾਈ ਨੂੰ ਮਾਨਣ ਦਾ, ਉਹਨਾਂ ਦੇ ਜੀਵਨ ਦੀ ਜਿਹੜੀ ਕਮਾਈ ਉਹਨੂੰ ਆਪਣੀ ਪ੍ਰੇਰਣਾ ਬਣਾ ਕੇ ਅਤੇ ਉਹਦੇ ਵਿੱਚ ਸਫ਼ਰ ਕੀਤਾ। ਹੁਣ ਤਾਂ ਚਲੋ ਸਮੇਂ ਹੀ ਬੜੇ ਬਦਲ ਗਏ ਹਨ। ਪਹਿਲਾਂ ਇਹ ਅਧਿਆਤਮਿਕਤਾ ਹੌਲੀ ਹੌਲੀ ਮੰਦ ਪੈ ਰਹੀ ਜਾ ਰਹੀ ਹੈ। ਜਿਵੇਂ ਹੋਰ ਜਿਹੜੇ ਪੰਥ ਹਨ ਉਹਨਾਂ ਦੇ ਵਿੱਚ ਅੱਜ ਵੀ ਇਹ ਸਾਰਾ ਕੁਝ ਹੈਗਾ ਹੈ। ਉਹ ਠੀਕ ਹੈ ਕਿ ਜਿਵੇਂ ਆਪਣੇ ਪੈਗੰਬਰਾਂ ਨੂੰ ਮੰਨਦੇ ਨੇ, ਆਪਣੇ ਉਹ ਗੁਰੂ ਅਵਤਾਰਾਂ ਨੂੰ ਮੰਨਦੇ ਨੇ, ਉਹਨਾਂ ਨੂੰ ਪ੍ਰਮੁੱਖ ਮੰਨਦੇ ਹਨ, ਸਿਰਮੌਰ ਮੰਨਦੇ ਹਨ, ਪਰ ਉਹਨਾਂ ਦੀ ਜਿਹੜੀ ਪ੍ਰਾਪਤੀ ਹੈ ਜਾਂ ਉਹਨਾਂ ਦੇ ਜਿਹੜੇ ਮਾਰਗ 'ਤੇ ਚੱਲਣ ਦੇ ਲਈ ਉਹ ਆਪਣੇ ਕਿਸੇ ਅਧਿਆਤਮਿਕ ਉਸਤਾਦ ਨੂੰ ਵੀ ਮੰਨਦੇ ਹਨ। ਜਿਵੇਂ ਅੱਜ ਸਾਡੇ ਕੋਲ ਸਾਡੇ ਵਿੱਦਿਅਕ ਉਸਤਾਦ ਤਾਂ ਹੋਣਗੇ, ਸਾਨੂੰ ਹੁਨਰ ਸਿਖਾਉਣ ਵਾਲੇ ਵੀ ਹੋਣਗੇ, ਪਰ ਜਿਹੜੀ ਸਾਡੀ ਬੰਦਗੀ ਚੱਲ ਰਹੀ ਹੈ, ਨਿਤਨੇਮ, ਸੇਵਾ ਜਾਂ ਗਿਆਨ ਦੀ ਸਾਧਨਾ, ਇਸ ਸਾਰੇ ਦਾ ਮੁਲਾਂਕਣ ਕਰਕੇ ਸਾਨੂੰ ਫਿਰ ਉਸੇ ਨਿਰਮਲ ਤੌਰ ਦੇ ਵਿੱਚ ਰੱਖਣ ਵਾਲਾ ਕੌਣ ਹੈ?
ਇਸ ਕਰਕੇ ਇਹ ਵੀ ਇੱਕ ਪਹਿਲਾਂ ਹੁੰਦਾ ਸੀ ਸਿੱਖਾਂ ਦੇ ਵਿੱਚ, ਉਹ ਆਪਣਾ ਇੱਕ ਅਧਿਆਤਮਿਕ ਉਸਤਾਦ ਰੱਖਦੇ ਸਨ ਜਿਹੜਾ ਗੁਰੂ ਬਖਸ਼ਿਸ਼ ਦੀਆਂ ਰਹਿਮਤਾਂ ਨੂੰ ਉਹ ਪ੍ਰਵਾਨ ਕਰਾ ਕੇ ਤੇ ਉਹਦੇ ਜੀਵਨ 'ਚ ਪਰੋਸਦਾ ਸੀ ਅਤੇ ਉਹਦਾ ਖਿਆਲ ਵੀ ਰੱਖਦਾ ਸੀ ਕਿ ਬੰਦਾ ਭਗਤੀ ਦੇ ਮਾਰਗ 'ਤੇ ਕਿੰਨਾ ਕੁ ਚੱਲ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ। ਹੁਣ ਸੰਤ ਦੀ ਗੈਲ ਦਾ ਅਸੀਂ ਗੁਰਬਾਣੀ 'ਚ ਜੇ ਜ਼ਿਕਰ ਪੜ੍ਹੀਏ ਤਾਂ ਆਪ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਹੋ ਆਸਾ ਰਾਗ ਦੇ ਅੰਦਰ। ਕਹਿੰਦੇ ਸਭ ਤੋਂ ਪਹਿਲਾਂ ਰਾਮਾਨੰਦ ਜੀ ਕਾਂਸ਼ੀ ਵਿਖੇ ਵਾਸ ਕਰਦੇ ਸਨ। ਜਦੋਂ ਉਹਨਾਂ ਦੇ ਜੀਵਨ ਦੀ ਸ਼ੋਭਾ ਸੁਣੀ, ਭਗਤੀ ਕਰਕੇ ਵਡਿਆਈ ਸੁਣੀ, ਤਾਂ ਭਗਤ ਕਬੀਰ ਸਾਹਿਬ ਜੀ ਮੁਤਾਸਰ ਹੋਏ। ਉਹਨਾਂ ਕੋਲੋਂ ਗਿਆਨ ਦਾ ਉਪਦੇਸ਼ ਲੈ ਕੇ ਸਾਧਨਾ ਕੀਤੀ, ਬੜੇ ਉੱਤਮ ਜੀਵਨ ਵਾਲੇ ਹੋ ਗਏ। ਕਹਿੰਦੇ ਇਹਨਾਂ ਨੂੰ ਦੇਖ ਕੇ ਭਗਤ ਨਾਮਦੇਵ ਜੀ ਪ੍ਰਭਾਵਿਤ ਹੋਏ। ਭਗਤ ਨਾਮਦੇਵ ਜੀ ਨੂੰ ਦੇਖ ਕੇ ਭਗਤ ਤ੍ਰਿਲੋਚਨ ਜੀ, ਫਿਰ ਇਸੇ ਪ੍ਰਕਾਰ ਭਗਤ ਰਵਿਦਾਸ ਜੀ। ਕਹਿੰਦੇ ਇਹਨਾਂ ਸਾਰੇ ਭਗਤਾਂ ਨੂੰ ਦੇਖ ਕੇ ਇੱਕ ਜਾਟ ਗੋਤ ਦੇ ਨਾਲ ਸੰਬੰਧਿਤ ਭਗਤ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਉਹਨੇ ਸੋਚਿਆ ਕਿ ਇੱਕ ਜੁਲਾਹੇ ਕੁੱਲ ਵਿੱਚ ਪੈਦਾ ਹੋਣ ਵਾਲਾ ਇੱਕ ਪਰਮ ਇਨਸਾਨ ਭਗਤੀ ਦਾ ਮੁਕਾਮ ਪਾ ਕੇ ਕਾਂਚੀ ਦੇ ਪੰਡਤਾਂ ਤੋਂ ਵੀ ਕਿੱਡੀ ਵੱਡੀ ਉਚਾਈ ਵਾਲਾ ਬਣ ਗਿਆ ਹੈ। ਇੱਕ ਚਮਾਰ ਕੁਲ ਦੇ ਵਿੱਚ ਪੈਦਾ ਹੋਣ ਵਾਲੇ ਭਗਤ ਰਵਿਦਾਸ ਜੀ ਉਹ ਏਡੀ ਵੱਡੀ ਵਡਿਆਈ ਪ੍ਰਾਪਤ ਕਰ ਗਏ ਨੇ ਕਿ ਰਾਜੇ ਉਹਨਾਂ ਦੇ ਸਿਰ ਦੇ ਉੱਪਰ, ਉਹੀ ਬ੍ਰਾਹਮਣ ਉਹਨਾਂ ਦੇ ਚਰਨਾਂ ਉੱਪਰ ਨਮਸਕਾਰ ਕਰਦੇ ਨੇ। ਤਾਂ ਮੇਰੇ ਫਿਰ ਜੀਵਨ ਦਾ ਕੀ ਅਰਥ ਹੈ? ਫਿਰ ਕਹਿੰਦੇ ਉਹ ਪ੍ਰੇਰਣਾ ਪੈਦਾ ਹੋਈ। ਇਸ ਕਰਕੇ ਸੰਤ ਦੀ ਪ੍ਰੇਰਣਾ ਚੰਗੀ ਪ੍ਰੇਰਣਾ ਹੁੰਦੀ ਹੈ। ਦੁਨਿਆਵੀ ਪ੍ਰੇਰਣਾ ਜੇ ਲਈਏ ਨਾ ਤਾਂ ਦੁਨਿਆਵੀ ਪ੍ਰੇਰਣਾ ਦੇ ਵਿੱਚ ਕੀ ਹੁੰਦਾ ਕਿ ਦੁਨਿਆਵੀ ਬੰਦੇ ਮਾਇਆ ਦੇ ਰੈਲਮ ਵਿੱਚ ਜਿਉਂ ਰਹੇ ਹੁੰਦੇ ਹਨ। ਉਹਨਾਂ ਦੀ ਜਿਹੜੀ ਪ੍ਰੇਰਣਾ ਪੈਦਾ ਹੋ ਰਹੀ ਹੁੰਦੀ ਉਹ ਆਪਣੇ ਆਪ ਹੀ ਟੁੱਟ ਜਾਂਦੀ ਕਈ ਵਾਰੀ, ਕਿਉਂਕਿ ਉਹਨਾਂ ਦਾ ਜੀਵਨ ਮਾਇਆ ਦੇ ਅਧੀਨ ਹੁੰਦਾ ਹੈ। ਜਿਹੜਾ ਸੰਤ ਦਾ ਜੀਵਨ ਹੈ ਉਹ ਹੁਕਮ ਦੇ ਅਧੀਨ ਹੁੰਦਾ ਅਤੇ ਹੁਕਮ ਕਦੀ ਉਹਨੂੰ ਡੋਲਾਇਮਾਨ ਨਹੀਂ ਰੱਖਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ। ਬੀਬੀ ਰਾਬੀਆ ਅਲ ਬਸਰੀ ਨੂੰ ਇੱਕ ਦਫਾ ਹਸਨ ਅਲ ਬਸਰੀ ਨੇ ਪੁੱਛਿਆ ਕਿ ਜੇ ਦੁਨੀਆ 'ਤੇ ਜਿਹੜੀ ਭਗਤੀ ਹੈ ਜਾਂ ਜੋ ਅਧਿਆਤਮਿਕਤਾ ਹੈ ਇਹ ਕਿੰਨਾਂ ਦੇ ਆਸਰੇ ਲਗਾਤਾਰ ਚੱਲੀ ਜਾ ਸਕਦੀ ਹੈ ਜਾਂ ਕੌਣ ਇਹਨੂੰ ਲਗਾਤਾਰ ਚਲਾਉਣ ਵਾਲੇ ਹਨ? ਤਾਂ ਬੀਬੀ ਰਾਬੀਆ ਅਲ ਬਸਰੀ ਨੇ ਬੜਾ ਉੱਤਮ ਜਵਾਬ ਦਿੱਤਾ। ਉਹ ਕਹਿਣ ਲੱਗੀ ਕਿ ਜਿਹੜੇ ਆਪਣੇ ਆਪ ਨੂੰ ਸਾੜ ਲੈਂਦੇ ਹਨ ਉਹੀ ਇਸ ਜਗਤ ਵਿੱਚ ਅਧਿਆਤਮਿਕਤਾ ਅੱਗੇ ਚਲਾ ਸਕਦੇ ਹਨ। ਉਹ ਹਸਨ ਅਲ ਬਸਰੀ ਨੇ ਕਿਹਾ ਕਿ ਸਾੜਨ ਦਾ ਅਰਥ ਕੀ ਹੈ? ਕਹਿੰਦੀ ਸਾੜਨ ਦਾ ਅਰਥ ਹੈ ਕਿ ਉਂਝ ਸਾਡਾ ਚਿੱਤ ਜਿਹੜਾ ਹੈ ਦੁਨਿਆਵੀ ਸੰਸਿਆਂ ਦੇ ਵਿੱਚ, ਦੁਬਿਧਾਵਾਂ ਦੇ ਵਿੱਚ, ਖਿਆਲਾਂ ਵਿੱਚ ਧੁਖਦਾ ਹੈ। ਕਹਿੰਦੀ ਜਿਹੜੇ ਆਪਣੇ ਚਿੱਤ ਨੂੰ ਪ੍ਰਭੂ ਦੀ ਯਾਦ ਦੇ ਵਿੱਚ ਪਾ ਕੇ ਸਾੜਦੇ ਹਨ ਉਹਨਾਂ ਦੇ ਚਿੱਤ ਦੇ ਵਿੱਚੋਂ ਇੱਕ ਐਸੀ ਅਗਨੀ ਪ੍ਰਗਟ ਹੁੰਦੀ ਹੈ। ਉਹ ਅਗਨੀ ਉਹਨਾਂ ਦੇ ਮਸਤਕ ਦਾ ਤੇਜ ਬਣਦੀ ਹੈ ਅਤੇ ਜਦੋਂ ਉਹਨਾਂ ਦੇ ਮਸਤਕ ਦਾ ਤੇਜ ਬਣਦੀ ਹੈ ਅਤੇ ਫਿਰ ਉਹਨਾਂ ਤੋਂ ਭਗਤੀ ਕਰਮ ਦੀ ਮਹਿਕ ਆਉਣ ਲੱਗ ਪੈਂਦੀ ਅਤੇ ਇਹੋ ਹੀ ਬੰਦੇ ਧਰਤੀ 'ਤੇ ਅਧਿਆਤਮਿਕਤਾ ਕਾਇਮ ਕਰ ਸਕਦੇ ਹਨ, ਦੂਜੇ ਨਹੀਂ। ਅੱਜ ਅਸੀਂ ਜਦੋਂ ਮੈਂ ਕਈ ਵਾਰੀ ਕਥਾ ਦੇ ਡਿਸਕੋਰਸ ਸੁਣਦਾ ਜੀ ਸਿੱਖ ਸਮਾਜ ਪਤਨ ਵੱਲ ਜਾ ਰਿਹਾ ਜਾਂ ਹੋਰ ਜਾ ਰਿਹਾ, ਉਹਦੇ ਹੋਰ ਬੜੇ ਕਾਰਨ ਬਣਾਉਣਗੇ ਜੀ, ਪੱਛਮ ਦਾ ਪ੍ਰਭਾਵ ਹੈ ਜੀ, 21ਵੀਂ ਸਦੀ ਹੈ, ਬੜੀਆਂ ਗੱਲਾਂ ਕਹਿਣਗੇ। ਪਰ ਇਹ ਨਹੀਂ ਸੋਚਦੇ ਕਿ ਜਿੱਥੇ ਸਾਡੀ ਗੁਰਮੁਖਾਂ ਵਾਲੀ ਘਾੜਤ ਪਈ ਹੋਈ ਹੈ ਉੱਥੇ ਸਾਡਾ ਉਹੀ ਬੈਲੈਂਸ ਸਾਡਾ ਟੁੱਟ ਚੁੱਕਿਆ ਹੈ। ਅੱਜ ਅਸੀਂ ਸਿਮਰਨ ਦੇ ਕਰਮਾਂ ਨੂੰ ਰੱਦ ਕਰਨ ਲੱਗ ਪਏ ਹਾਂ। ਜਿਹੜੇ ਪ੍ਰਤੀਤਮੁਖੀ ਕਰਮ ਨੇ, ਚਾਹੇ ਉਹ ਸੇਵਾ ਵਿੱਚ ਨੇ, ਗਿਆਨ ਵਿੱਚ ਨੇ, ਉਹਨਾਂ ਦੀ ਮਹੱਤਤਾ ਤੋਂ ਵੀ ਇਨਕਾਰ ਹੋਣ ਲੱਗ ਪਏ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ। ਇਸ ਕਰਕੇ ਸੰਤ ਦਾ ਸਾਥ ਕਦੀ ਨਹੀਂ ਛੱਡਣਾ ਚਾਹੀਦਾ। ਅਸੀਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਸੰਤ ਪੁਰਖ ਦੇ ਬਾਰੇ, ਅਸੀਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ। ਉਹਦੇ ਵਿੱਚ ਇੱਕ ਪੂਰਨ ਅਸ਼ਟਪਦੀ ਹੈ ਤਾਂ ਉਹਦੇ ਵਿੱਚ ਜ਼ਿਕਰ ਇਸੇ ਪ੍ਰਕਾਰ ਹੁੰਦਾ ਹੈ ਕਿ ਉਹਦੇ ਕੋਲ ਸਮਰੱਥਾ ਹੁੰਦੀ। ਹੁਣ ਭਗਤੀ ਦੇ ਨੁਕਤੇ ਤੋਂ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਾ ਕਿ ਸੰਤ ਕਿਸੇ ਦੀ ਰਹਿਨੁਮਾਈ ਕਿਵੇਂ ਕਰਦਾ ਹੈ। ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜੇ ਜਦੋਂ ਸੰਤ ਕਿਰਪਾਲੂ ਹੋ ਜਾਵੇ ਅਤੇ ਉਹ ਨਿੰਦਕ ਦਾ ਵੀ ਉਧਾਰ ਕਰ ਜਾਂਦਾ ਹੈ, ਅਕਿਰਤ ਘਣ ਨੂੰ ਵੀ ਨਿਵਾਜ ਲੈਂਦਾ ਹੈ। ਇਸ ਕਰਕੇ ਧਰਤੀ 'ਤੇ ਕਦੋਂ ਕਿਸ ਮਨੁੱਖ ਨੇ ਨਿਵਾਜਿਆ ਜਾਣਾ ਹੈ, ਇਸ ਗੱਲ ਦੀ ਸਮਰੱਥਾ ਜਿਹੜੀ ਉਹ ਸੰਤ ਕੋਲ ਹੁੰਦੀ ਹੈ। ਇਸ ਕਰਕੇ ਸੰਤ ਉਹਨੂੰ ਚੁਣ ਲੈਂਦਾ ਹੈ ਅਤੇ ਫਿਰ ਉਹਨੂੰ ਸਵਾਰ ਦਿੰਦਾ ਹੈ। ਮਾਤਾ ਸੁੱਤ ਨੂੰ ਸਵਾਰਦੀ ਹੈ, ਸੰਤ ਸਗਲ ਜਗਤ ਨੂੰ ਸਵਾਰ ਕੇ ਅਤੇ ਸੰਸਾਰ ਦਾ ਕਲਿਆਣ ਕਰਦਾ ਹੈ। ਹੁਣ ਮਾਤਾ ਨੇ ਸੁੱਤ ਪੈਦਾ ਕੀਤਾ ਹੈ, ਕੱਲ੍ਹ ਨੂੰ ਉਹਦੇ ਸੰਸਕਾਰ ਬੁਰੇ ਵੀ ਹੋ ਸਕਦੇ ਨੇ, ਨੀਚ ਸੰਗਤ ਵਾਲਾ ਵੀ ਹੋ ਸਕਦਾ ਹੈ। ਪੈਦਾ ਤਾਂ ਕੀਤਾ ਪਰ ਉਹਦੀ ਜਿਹੜੀ ਅੰਦਰੂਨੀ ਘਾੜਤ ਸੀ ਉਹ ਮਾਤਾ ਕੋਲ ਉਨੀ ਸਮਰੱਥ ਨਹੀਂ ਸੀ। ਹਾਂ, ਮਾਤਾ ਕੋਲ ਅਰਦਾਸ ਜ਼ਰੂਰ ਸੀ, ਪਰ ਜਿਹੜਾ ਸੰਤ ਹੈ ਉਹ ਘਾੜਤ ਜਦੋਂ ਘੜਦਾ ਹੈ ਅਤੇ ਉਹ ਸੰਪੂਰਨਤਾ ਵਿੱਚ ਪਾਉਂਦਾ ਹੈ।
इस करके भगत कबीर साहब जी कहते संत की गैल ना छोड़ीए मार्ग लागा जाओ। हुण संत की गैल ना छड्डण दा कारण की है? उत्तम पुरखां की संगत। एक जग्यासू किसी महात्मा दे कोल गया, जाके कहण लगा कि मैनू जिहड़ी है जीवन की अंदरली खेड समझाओ। वो कहण लगे कि अंदरली खेड औखी है समझनी। तो उन्हें की कीता कि एक बर्तन जिहदे विच छेक सी, कहण लगे कि पानी भर दे, इहदे विच पानी भर के लिया। वो बड़ा समा नदी विच यतन करदा रहा, नहीं भरिया गया। आखिर कहण लगा जी इहदे विच तां पानी भरिया नहीं जा सकदा, इह छेक है। वो महात्मा ने कहण लगा, कहंदा एक भांडे च एक छेक है, एक छेक होण दे बावजूद एडा वड्डा समुंदर भी इस भांडे नूं नहीं भर सकिया। ते जिहड़े साडे 9 दरवाजे हन, जे तेरे कोल इन्हां नूं बंद करन दी जुगत ना आई तां तेरे जीवन दा जिहड़ा परम आनंद, कुछ कुदरती बख्शिश हो रही है, कुछ जिहड़ा तेरी साधना करके पैदा होना, वो किवें टिक सकेगा। इस करके पहलां इन्हां दरवाजिਆਂ नूं बंद करन दा थोड़ा साधना सिੱਖ। वो कहण लगा किवें सिੱਖੀ जावे? वो कहण लगा पहलां ख्याल ते प्रतीत ते दृढ़ता ते अभ्यास ते अमल पैदा कर। हुण ख्याल दा भाव की है? असीं बाणी च वाक पढ़दे हां, पर तेरे रूप ना पेखै नेत्र। पढ़दे हां, सुणदे हां, जां वैसे सुभावक इस वाक दा ख्याल आ गया, कोई गल नहीं। ये भगती कर्म दा पहला सिलसिला हुंदा है। ख्याल तो बाद इनू विचार बना ली दी। विचार करो कि पर तेरे रूप, भाव कि जिहड़ा अपना निजद है उहदे बारे मलीन नहीं है, जिहड़ा पर है उहदे बारे मलीन है। फिर विचार करके जिहड़ा पर दा मलीन है उन्होंने विचार के तौर पर हटाउणा, बाद च उहदा देख देख के ते नाल इस वाक दे नाल जुड़े रहना बार बार, ते अपने देखण दे अभ्यास नूं देख देख के निर्मल कर लेना, ते आखिर इस सिੱਟੇ ते पुज जाना। इनू सारे कर्म की साधना कहिंदे हन। तां इसे प्रकार हौली हौली इन्हां दा जिवें हुण बड़े मनुक्खां दी देखण दी चाहत हुंदी, इस करके जिहड़ा भगत कबीर साहब जी का ही वाक है, मूंद लिए दरवाजे बाजीअले अनहद बाजे। वो संत पुरख ने कहा पहला 9 दरवाजे बंद करने आउण, उन्हां दे हुण फिर साधना है। हुण यही गल है कि असीं साधना का भेद विच्चों साडे गायब रह जांदा है, असीं समझिआ गल पूरी हो गई। तो इसे प्रकार भगत कबीर साहब जी कहते कि फिर उस पूर्ण पुरख ने कहा कि 9 दरवाजे बंद। कहता फिर की होएगा? कहता जो दरवाजे बंद कर लेगा फिर तैनूं पता लगे कि अंदर की पिया होया है। जिन्ना चिर बाहरों नहीं कुछ दखल बंद करेगा, अंदर की खेड बारे नहीं जान सकेंगे। इस करके बाहरों ये बंद करना। कहता फिर उहदा किवें पता लगेगा? कहता जो तू देखेगा। हुण कहता इहदा सरल जिहा सुभाअ की है कि जदों असीं हुण कई वारी इवें हुंदा है कि मनुख अचेत होकर सुणन दी समझण दी कोशिश करता है, तो कई मनुखों के अंदर बेचैनी पैदा होने लग पैंदी है। कहता वो बेचैनी पैदा होने का मतलब है कि मन के जिहड़े संस्कारां ने तैनूं बाहर मुखी बनाया होया है, जदों इन्हां नूं अंतरमुखी करके साधना चाहेगा, ये हलचल घबराहट पैदा करनगे। इस करके कई बंदे को सतसंग दे विच टिक के नहीं बैठा जाता। वो दरअसल वो फिर पता होंदा कि एक तो मन मनमुखी है, एक देह ने भी मनमुखता दे विच इन्हां नूं गलवैनाइजड कर लिया। गलवैनाइजड मतलब वो एक लोहे की धात नूं करदे ने कि उहदे उत्ते परत चाड़ दिंदे ने, बड़ी उहनूं कई सालों तक जंग नहीं लगता। तो इसे प्रकार भगत कबीर फिर संपूर्ण पुरख ने कहा कि फिर अंदर की हलचल पता लगती है। इस करके गुरबाणी च एक वाक आउंदा, नस वंजहो किल विखहो करता घर आया, कि मेरा चित्त विकारां दे दखल ही नहीं है, ਜਾਂ ਮੇਰੇ ਜੀਵਨ ਦੇ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਹਨ ਇਹ ਵਿਕਾਰਾਂ ਦੀ ਮਜ਼ਦੂਰੀ ਕਰਨ ਲਈ ਨਹੀਂ ਹਨ, ਇਹ ਪ੍ਰਭੂ ਦੀ ਜੋਤ ਸਰੂਪ ਕਰਕੇ ਮਿਲੇ ਹਨ। ਇਸ ਕਰਕੇ ਉਹਦੀ ਯਾਦ ਸੰਭਾਲਣ ਦੇ ਲਈ ਹੀ ਹਨ। ਤਾਂ ਇਸ ਕਰਕੇ ਕਹਿੰਦੇ ਉਹਨਾਂ ਨੂੰ ਕੱਢਣਾ ਪੈਂਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਕੀ ਗੈਲ ਨਾ ਛੋਡੀ ਹੈ। ਫਿਰ ਕਹਿੰਦੇ ਉਹਨਾਂ ਨੂੰ ਆਪਣੇ ਜੀਵਨ ਦੀ ਸਾਧਨਾ ਸਮਝ ਆਉਂਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਕੀ ਗੈਲ ਨਾ ਛੋਡੀ ਹੈ। ਸੰਤ ਦੇ ਸੰਗ ਨੂੰ ਨਹੀਂ ਛੱਡਣਾ ਚਾਹੀਦਾ, ਕਿਉਂਕਿ ਉਹਦੇ ਜੀਵਨ ਦੇ ਵਿੱਚ ਅਥਾਹ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਜਦੋਂ ਮਨੁੱਖ ਉਹਨੂੰ ਨਿੱਜ ਦੇ ਨੇੜੇ ਤੋਂ ਮਾਣਦਾ ਹੈ ਫਿਰ ਉਹਦੇ ਜੀਵਨ ਵਿੱਚ ਉਹਦੀ ਬਰਕਤ। ਇਸ ਕਰਕੇ ਹੁਣ ਜਿਵੇਂ ਹਰ ਇਸ ਗੱਲ ਨੂੰ ਅਸੀਂ ਜੇ ਬੜਾ ਹੋਰ ਵਾਚਣਾ ਹੋਵੇ ਤਾਂ ਇਸ ਤਾਂ ਕਹਿ ਸਕਦੇ ਹਾਂ ਕਿ ਜਦੋਂ ਮਨੁੱਖ ਨੇ, ਕਿਉਂਕਿ ਹੁਣ 2-3 ਗੱਲਾਂ ਨੇ। ਇੱਕ ਤਾਂ ਸੰਤ ਦੇ ਕੋਲ ਜਦੋਂ ਆਪਣੀ ਸਾਧਨਾ ਆਰੰਭ ਕਰਨੀ ਉਦੋਂ ਜਾਈਏ ਤਾਂ ਕਿ ਸਾਨੂੰ ਸਾਧਨਾ ਦੇ ਚੰਗੇ ਢੰਗ ਸਮਝ ਆ ਜਾਣ, ਸਰਲ ਢੰਗ। ਇੱਕ ਹੈ ਜਦੋਂ ਸਾਡੀ ਅਧਿਆਤਮਿਕਤਾ ਚੱਲ ਰਹੀ ਹੈ, ਉਸ ਅਧਿਆਤਮਿਕਤਾ ਦੇ ਵਿੱਚ ਜਿਹੜੇ ਸੰਕਟ ਵਾਪਰ ਰਹੇ ਨੇ ਕਿ ਸਾਡੀ ਇਕਾਗਰਤਾ ਨਹੀਂ ਬਣ ਰਹੀ ਜਾਂ ਸਾਡਾ ਹੋਰ ਨੇਮ ਦੀ ਭੰਗਤਾ ਹੋ ਰਹੀ ਹੈ, ਉਦੋਂ ਸੰਤ ਦੇ ਕੋਲ ਉਹਦਾ
ਠੀਕ ਉੱਤਰ ਹੁੰਦਾ ਹੈ, ਦੁਨੀਆ ਕੋ ਨਹੀਂ ਹੁੰਦਾ। ਇਸੇ ਪ੍ਰਕਾਰ ਜਦੋਂ ਇੱਕ ਅਵਸਥਾ ਨੂੰ ਮਾਣ ਕੇ ਉਸ ਅਵਸਥਾ ਤੋਂ ਅਚਾਨਕ ਜਿਹੜੀ ਨਿਵਾਣ ਵਾਪਰਦੀ ਹੈ ਉਹਨੂੰ ਫਿਰ ਕਿਵੇਂ ਕਾਇਮ ਕਰਨਾ ਹੈ, ਇਹ ਵੀ ਭੇਦ ਸੰਤ ਕੋਲ ਹੀ ਹੁੰਦੇ ਹਨ। ਤਾਂ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਵਾਕ ਦੇਖੋ, ਸੰਤਨ ਹੱਥ ਰਾਖੀ ਕੂੰਜੀ। ਉਹਦਾ ਭਾਵ ਕੀ ਹੈ ਕਿ ਜਿਹੜੇ ਰੱਬੀ ਭੇਦ ਰਿਵੀਲਡ ਹੁੰਦੇ ਹਨ ਸਭ ਤੋਂ ਪਹਿਲਾਂ ਸੰਤ ਦੇ ਹਿਰਦੇ ਵਿੱਚ ਹੁੰਦੇ ਹਨ, ਅਤੇ ਸੰਤ ਉਹਨਾਂ ਨੂੰ ਅੱਗੇ ਉਪਦੇਸ਼ ਰੂਪ ਬਣਾ ਕੇ ਜਗਤ ਨੂੰ ਪਰੋਸਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ। ਹੁਣ ਕਿੱਡੀ ਵੱਡੀ ਗੱਲ ਆਖੀ ਹੈ, ਪੇਖਤ ਹੀ, ਉਹਨਾਂ ਨੂੰ ਦੇਖਦੇ ਸਾਰ ਹੀ ਬੰਦਾ ਪੁਨੀਤ ਹੋ ਜਾਂਦਾ। ਪੁਨੀਤ ਦਾ ਭਾਵ ਕੀ ਹੈ ਕਿ ਉਹਦੇ ਅੰਤਰ ਦੀ ਜਿਹੜੀ ਨੀਅਤ ਹੈ ਉਹਦੇ ਵਿੱਚ ਸੰਤ ਨੂੰ ਦੇਖ ਕੇ ਪਵਿੱਤਰਤਾ ਉੱਤਰ ਆਉਂਦੀ ਹੈ। ਅਲਗ ਜਾਲੀ ਸਾਹਿਬ ਦੀ ਨੇ ਕਿਤਾਬ ਹੈ ਇਸਲਾਮ ਦੇ ਵਿੱਚ ਦਾ ਪਿਓਰਿਟੀ ਆਫ ਹਾਰਟ, ਉਹਦੇ ਵਿੱਚ ਉਹਨਾਂ ਨੇ ਸੰਤ ਪੁਰਖ ਬਾਰੇ ਇੱਕ ਗੱਲ ਕਹੀ ਹੈ। ਕਹਿੰਦੇ ਕਿ ਉਹਨਾਂ ਕਿਹਾ ਕਿ ਜਿਹੜਾ ਸੰਤ ਹੁੰਦਾ ਹੈ, ਜਿਵੇਂ ਪਾਣੀ ਨੂੰ ਦੇਖ ਕੇ ਬੰਦੇ ਨੂੰ ਕੀ ਖਿਆਲ ਆਉਂਦਾ ਹੈ, ਪਾਣੀ ਨੂੰ ਦੇਖ ਕੇ ਹੀ ਖਿਆਲ ਆਉਂਦਾ ਕਿ ਪਿਆਸ ਬੁਝਾਉਣ ਦੇ ਸਮਰੱਥ ਹੈ। ਇਸੇ ਪ੍ਰਕਾਰ ਉਹਨਾਂ ਨੇ ਉਹਦੇ ਵਿੱਚ ਬਿਆਇਆ ਜੀ, ਕਹਿੰਦੇ ਜਿਹੜਾ ਸੰਤ ਹੈ ਜਦੋਂ ਉਹਦੇ ਅੰਦਰ ਸਾਰੇ ਗੁਣ ਉਤਰ ਜਾਂਦੇ ਹਨ, ਪ੍ਰਭੂ ਦੇ ਅਸੀਮ ਗੁਣ, ਤਾਂ ਉਹਦੀ ਜਿਹੜੀ ਬਾਡੀ ਹੈ ਉਹ ਡਿਵਾਈਨ ਬਣ ਜਾਂਦੀ ਹੈ। ਡਿਵਾਈਨ ਦਾ ਮਤਲਬ ਹੈ ਕਿ ਜਿਵੇਂ ਹੁਣ ਸਾਨੂੰ ਦੇਖ ਕੇ ਤਾਂ ਵੱਧ ਤੋਂ ਵੱਧ ਕੋਈ ਇਹੀ ਕਹਿ ਸਕਦਾ ਜੇ ਕਥਾਵਾਚਕ ਹੈ, ਇਸ ਤੋਂ ਅੱਗੇ ਕਿਹਦਾ ਕੀ ਖਿਆਲ ਆਏਗਾ, ਕੋਈ ਨਹੀਂ ਆਏਗਾ। ਕਹਿੰਦੇ ਪਰ ਸੰਤ ਦੇ ਜਿਹੜੀ ਬਾਡੀ ਡਿਵਾਈਨ ਹੋ ਜਾਂਦੀ ਹੈ, ਉਹਨੂੰ ਜਿਹੜਾ ਜਿਸ ਵੀ ਨੁਕਤੇ ਤੋਂ ਦੇਖੇਗਾ ਉਹਦਾ ਉਹੀ ਗਿਆਨ ਪੈਦਾ ਹੋ ਜਾਏਗਾ। ਫਿਰ ਉਹਨਾਂ ਨੇ ਪ੍ਰਮਾਣ ਦਿੱਤਾ, ਉਹਦੇ ਵਿੱਚ ਅੱਗੇ ਜਾ ਕੇ ਉਹ ਦੱਸਦੇ ਹਨ। ਕਹਿੰਦੇ ਅੱਗੇ ਜਾ ਕੇ ਕੀ ਹੈ ਕਿ ਜਿਵੇਂ ਜਦੋਂ ਵੇਸਵਾ ਇੱਕ ਸੰਤ ਨੂੰ ਦੇਖਦੀ ਹੈ ਤਾਂ ਕਹਿੰਦੇ ਵੇਸਵਾ ਨੂੰ ਲੱਗਦਾ ਆਪਣੀ ਸਾਰੀ ਜਿਹੜੀ ਕਚਿਆਣ ਹੈ, ਜਿਹੜੇ ਉਹਦੇ ਨਿਮਨ ਜੀਵਨ ਦੀ, ਉਹ ਸੰਤ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੀ ਹੈ, ਅਤੇ ਉਹ ਆਪਣੇ ਜੀਵਨ ਦੇ ਕੋਮਲ ਅਤੇ ਪਵਿੱਤਰ ਹਿੱਸਿਆਂ ਦਾ ਅਨੁਭਵ ਸੰਤ ਨੂੰ ਦੇਖਣ ਕਰਕੇ ਕਰਨ ਲੱਗ ਪੈਂਦੀ ਹੈ। ਇਸ ਕਰਕੇ ਗੁਰਬਾਣੀ 'ਚ ਇੱਕ ਜਗ੍ਹਾ ਵਾਕ ਆਉਂਦਾ ਨਾ ਕਿ ਸੰਤਾਂ ਦੇ ਸੰਗ ਸਦਕਾ ਗਨਕਾ ਦਾ ਉਧਾਰ ਹੋਇਆ। ਉਹਦਾ ਮਤਲਬ ਕੀ ਕਿ ਸੰਤ ਕੋਲੋਂ ਉਹ ਪਵਿੱਤਰਤਾ ਸੀ। ਹੁਣ ਗਨਕਾ ਜਿਹੜੀ ਵੇਸਵਾ, ਉਹਨੂੰ ਪਵਿੱਤਰਤਾ ਚਾਹੀਦੀ ਹੈ, ਜੀਵਨ ਉਹਦਾ ਮਲੀਨਤਾ ਵਿੱਚ ਹੈ, ਪਰ ਉਹਨੂੰ ਪਵਿੱਤਰਤਾ ਚਾਹੀਦੀ ਹੈ, ਅਤੇ ਸੰਤ ਕੋਲੋਂ ਇੰਨੀ ਪਵਿੱਤਰਤਾ ਹੁੰਦੀ। ਇਸ ਕਰਕੇ ਗਨਕਾ ਕੋਲੋਂ ਜਿਹੜੇ ਸਾਧ ਆਏ ਸਨ ਉਹਨਾਂ ਨੇ ਪੁੱਤਰੀ ਕਹਿ ਕੇ ਉਹਨੂੰ ਸੰਬੋਧਨ ਕੀਤਾ ਸੀ। ਅੱਜ ਵੀ ਬੜੇ ਲੋਕ ਬੜੇ ਸੰਤ ਆਖਦੇ ਹੋਣਗੇ, ਪਰ ਉਸ ਸੰਤ ਦਾ ਆਖਣ ਦਾ ਮਤਲਬ ਸੀ ਕਿ ਉਹ ਭਾਵੇਂ ਆਪਣੀ ਨਿੱਜ ਦੀ ਜਿਹੜੀ ਔਲਾਦ ਨਹੀਂ ਪੈਦਾ ਕਰ ਸਕਿਆ, ਪਰ ਜਿਹੜੀ ਪੁੱਤਰੀ ਹੋ ਕੇ ਆਪਣੀ ਪੁੱਤਰੀ ਦੀ ਸੰਭਾਲ ਦਾ ਸਾਰਾ ਜ਼ਿੰਮਾ ਹੈ, ਉਹਦੀ ਜਿੰਨੀ ਅਵਸਥਾ ਹੈ, ਸਮਰੱਥਾ ਉਸ ਸੰਤ ਕੋਲ ਸੀ, ਅਤੇ ਉਹਨੇ ਗਨਕਾ ਦੇ ਜੀਵਨ ਦਾ ਪਲਟਾ ਕਰ ਦਿੱਤਾ। ਇਸ ਕਰਕੇ ਅਲਗ ਜਾਲੀ ਸਾਹਿਬ ਦੀ ਗੱਲ ਬੜੀ ਵੱਡੀ ਹੈ। ਉਹ ਕਹਿੰਦੇ ਸੰਤ ਧਰਤੀ 'ਤੇ ਸਿੰਬਲ ਹੋ ਕੇ ਵਿਚਰਦਾ ਹੈ, ਜਿਹੜਾ ਉਹਨੂੰ ਜਿਵੇਂ ਦੇਖੇਗਾ, ਮਤਲਬ ਜਿਹਦੇ ਅੰਦਰ ਭਗਤੀ ਕਰਮ ਦੀ ਚਾਹਨਾ ਹੈ, ਉਹਨੂੰ ਭਗਤੀ ਦਾ ਹੀ ਵੱਡਾ ਸਿਲਸਿਲਾ ਨਜ਼ਰ ਆਏਗਾ। ਜਿਹੜਾ ਪਾਪ ਰੂਪ ਹੋ ਕੇ ਦੇਖੇਗਾ, ਉਹਦੀ ਪਾਪ ਦੀ ਮੈਲ ਨੂੰ ਹਰੇਗਾ, ਕਿਉਂਕਿ ਉਹਦੇ ਮਸਤਕ ਦਾ ਤੇਜ ਹੈ। ਜਿਵੇਂ ਮਹਾਤਮਾ ਬੁੱਧ ਅੰਗੁਲੀਮਾਲ ਕੋਲ ਗਏ, ਗੁਰੂ ਨਾਨਕ ਸਾਹਿਬ ਕੌਡੇ ਰਾਖਸ਼ ਕੋਲ ਗਏ, ਤਾਂ ਉੱਥੇ ਗੁਰੂ ਸਾਹਿਬ ਨੇ ਕੋਈ ਲੈਕਚਰ ਥੋੜ੍ਹਾ ਦਿੱਤਾ ਜਾ ਕੇ ਵੀ ਭਾਈ ਤੂੰ ਆਹ ਮਾੜੇ ਕਰਮ ਛੱਡ ਦੇ। ਉਹਦੇ ਅੰਦਰ, ਕਿਉਂਕਿ ਹੁਣ ਉਹ ਆਪ ਮਲੀਨਤਾ ਵਿੱਚ ਸੀ, ਅਤੇ ਜਦੋਂ ਉਹਨੇ ਗੁਰੂ ਦੀ ਡਿਵਾਈਨ, ਇਸ ਕਰਕੇ ਅਸੀਂ ਗੁਰੂ ਨੂੰ ਦੇ ਜਦੋਂ ਕਹਿੰਦੇ ਉਦੋਂ ਸਾਡੇ ਅਰਥ ਕੁਝ ਹੋਰ ਨੇ। ਜਦੋਂ ਉਹਨੇ ਦੇਖਿਆ ਅਤੇ ਉਹਨੂੰ ਆਪਣੇ ਜੀਵਨ ਦੀ ਪਵਿੱਤਰਤਾ ਗੁਰੂ ਸਾਹਿਬ ਦੇ ਅਕਸ 'ਚੋਂ ਨਜ਼ਰ ਆਈ, ਤਾਂ ਫਿਰ ਉਹਨੂੰ ਲੱਗਿਆ ਕਿ ਜੇ ਮੇਰੇ ਅਕਸ ਦੀ ਪਵਿੱਤਰਤਾ ਜਿਹੜੀ ਹੈ ਇਹ ਗੁਰੂ ਸਰੂਪ ਵਿੱਚ ਪਈ ਹੋ ਸਕਦੀ ਹੈ, ਅਤੇ ਮੈਂ ਬਾਹਰੀ ਜੀਵਨ ਦੀ ਮੈਲ ਨੂੰ ਕਿਉਂ ਹੰਢਾ ਰਿਹਾ ਹਾਂ। ਇਸ ਕਰਕੇ ਗੁਰਬਾਣੀ ਦੇ ਵਿੱਚ ਐਸੇ ਵਾਕ ਆਉਂਦੇ ਹਨ ਕਿ ਗੁਰੂ ਦਾ ਜਿਹੜਾ ਦਰਸ਼ਨ ਹੈ ਉਹ ਤਾਂ ਮਹੱਤਵਪੂਰਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪੇਖਤ ਹੀ ਪੁਨੀਤ ਹੋਏ, ਕਿ ਉਹਨੂੰ ਦੇਖਣ ਮਾਤਰ ਦੇ ਨਾਲ ਹੀ, ਕਿਉਂਕਿ ਉਹ ਧਰਤੀ 'ਤੇ ਉਹਨੇ ਆਪਣੀ ਮਨ ਬੁੱਧ ਸੁਰਤ ਨੂੰ ਰੰਗਿਆ ਹੁੰਦਾ ਹੈ। ਇਸ ਕਰਕੇ ਕਹਿੰਦੇ ਭੇਟਤ ਜਪੀਆ ਨਾਉ, ਅਤੇ ਉਹਦੇ ਸੰਗ ਬਹਿਣ ਦੇ ਨਾਲ ਕੀ ਹੁੰਦਾ ਹੈ, ਮਨੁੱਖ ਦੇ ਅੰਦਰ ਨਾਮ ਸਿਮਰਨ ਦਾ ਜਿਹੜਾ ਅਭਿਆਸ ਹੈ ਉਹ ਪੈਦਾ ਹੋ ਜਾਂਦਾ ਹੈ। ਤਾਂ ਇਸੇ ਪ੍ਰਕਾਰ ਫਿਰ ਜੀਵਨ ਦੇ ਵਿੱਚ ਕਲਿਆਣਵਾਦੀ ਹੈ। ਇਸ ਵਾਕ ਦਾ ਇੱਕ ਹੋਰ ਭਾਵ ਆਪ ਦੇ ਸਨਮੁਖ ਰੱਖਦਿਆਂ, ਜਦੋਂ ਭਗਤ ਕਬੀਰ ਸਾਹਿਬ ਨੇ ਕਿਹਾ ਸੰਤ ਕੀ ਗੈਲ ਨਾ ਛੋਡੀ ਹੈ, ਇਹਦੇ ਤਿੰਨ ਕਾਰਨ ਇਹ ਵੀ ਹੋ ਸਕਦੇ ਹਨ ਜਿਹੜੇ ਉੱਪਰਲੇ ਸਲੋਕਾਂ ਵਿੱਚ ਆਏ ਹਨ, ਕਿ ਸੰਤ ਸਾਨੂੰ ਸਾਡੇ ਜੀਵਨ ਦੇ ਸਗਲ ਅਨੁਭਵ ਕਰਾਉਂਦਾ ਹੈ। ਸਗਲ ਅਨੁਭਵ ਦਾ ਮਤਲਬ ਕੀ, ਉਹ ਜੀਵਨ ਦੀ ਖੇਡ ਨੂੰ ਸਮਝਣ ਦੇ ਲਈ ਐਸੇ ਢੰਗ ਅਪਣਾਉਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਦਾ ਪਹਿਲਾ ਸਲੋਕ ਸੀ ਕਿ ਜਾਂ ਕਾ ਬਾਸਾ ਗੌਰ ਮਹਿ ਸੋ ਕਿਉਂ ਸੋਵੈ ਸੁਖ। ਗੁਰੂ ਨਾਨਕ ਸਾਹਿਬ ਜਦੋਂ ਵੇਈਂ ਪ੍ਰਵੇਸ਼ ਤੋਂ ਬਾਅਦ ਬਾਹਰ ਆ ਕੇ ਸੰਸਾਰ ਨੂੰ ਨਵਾਜ਼ਿਸ਼ ਕੀਤੀ, ਤਾਂ ਆਪਣਾ ਪਹਿਲਾ ਟਿਕਾਣਾ ਗੁਰੂ ਨਾਨਕ ਸਾਹਿਬ ਜੀ ਨੇ ਮੜ੍ਹੀਆਂ ਕਬਰਾਂ ਨੂੰ ਬਣਾਇਆ, ਅਤੇ ਲੋਕਾਂ ਨੇ ਖਿਆਲ ਪਤਾ ਕੀ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਗੁਰੂ ਨਾਨਕ ਸਾਹਿਬ ਜੀ ਥੋੜ੍ਹਾ ਦਿਮਾਗੀ ਸੰਤੁਲਨ ਜਾਂ ਉਹਨਾਂ ਦੀ ਅਵਸਥਾ ਜਿਹੜੀ ਹੈ ਸਧਾਰਨ ਨਹੀਂ ਰਹੀ, ਹੋਰ ਤਰ੍ਹਾਂ ਹੋ ਗਏ ਹਨ, ਮੜ੍ਹੀਆਂ ਵਿੱਚ ਜਾ ਬੈਠੇ ਹਨ, ਮਾਤਾ ਪਿਤਾ ਵੀ ਪਛੇਮਾਨ ਹੋਏ। ਤਾਂ ਜਦੋਂ ਜਿਹੜੇ ਪਰ ਉੱਤਮ ਜਿਹੜੇ ਪ੍ਰੇਮੀ ਜਗਿਆਸੂ ਸਨ,
ਉਹ ਕੋਲੋਂ ਗੁਰੂ ਨਾਨਕ ਸਾਹਿਬ ਜੀ ਕੋਲ ਗਏ ਕਿ ਗੁਰੂ ਸਾਹਿਬ ਜੀ ਵੀ ਆਪ ਜੀ ਐਡੇ ਵੱਡੇ ਬਖਸ਼ਿਸ਼ ਵਾਲੇ ਹੋ, ਮੜੀ ਦੇ ਵਿੱਚ ਵਾਸ ਰੱਖਣ ਦਾ ਮਤਲਬ ਕੀ ਹੈ? ਕਹਿੰਦੇ ਜਗਤ ਨੂੰ ਜਿਹੜੀ ਸੂਝ ਹੈ, ਜੇ ਜਿਉਂਦੇ ਜੀ ਆਪਣੇ ਅਭਿਆਸ ਦੇ ਵਿੱਚ ਨਾ ਸਮਝ ਆਈ ਤਾਂ ਇਹਨੂੰ ਮਰ ਕੇ ਵੀ ਸਮਝ ਨਹੀਂ ਆਈ। ਇਸ ਕਰਕੇ ਮੜੀ ਦੇ ਵਿੱਚ ਬੈਠਣ ਦਾ, ਕਬਰ ਦੇ ਵਿੱਚ ਬੈਠਣ ਦਾ ਕਾਰਨ ਕੀ ਹੈ ਕਿ ਜਿੰਨਾ ਚਿਰ ਮੌਤ ਦਾ ਭੈ ਉਤਾਰ ਕੇ ਤੇ ਆਪਣੇ ਜੀਵਨ ਨੂੰ ਕਾਲ ਦੀ ਮਾਰ ਤੋਂ ਮੁਕਤ ਨਹੀਂ ਕਰਦੇ, ਉਹਨਾਂ ਚਿਰ ਜਾਂ ਉਹਦਾ ਚਿੰਤਨ ਨਹੀਂ ਪੈਦਾ ਕਰਦੇ, ਜੇ ਮੌਤ ਦੇ ਚਿੰਤਨ ਵਿੱਚੋਂ ਬੰਦਗੀ ਨਹੀਂ ਪੈਦਾ ਹੋਏਗੀ ਤਾਂ ਉਹ ਬੰਦਗੀ ਲੇਜੀ ਹੋਏਗੀ। ਜਿਵੇਂ ਬੰਦਿਆਂ ਦੀ ਬੰਦਗੀ ਸੁਸਤ ਹੁੰਦੀ ਹੈ ਤਾਂ ਉਹ ਜਿਹੜੀ ਕਹਿੰਦੇ ਮੌਤ ਦੇ ਚਿੰਤਨ ਵਿੱਚ ਜਾਗੀ ਹੋਏਗੀ, ਉਹ ਬੰਦਗੀ ਦੇ ਸਾਹਮਣੇ ਇੱਕ ਵੱਡਾ ਭੈ ਹੋਏਗਾ ਅਤੇ ਉਸ ਭੈ ਨੂੰ ਪਾਰ ਕਰਨਾ ਹੀ ਉਹ ਬੰਦਗੀ ਦਾ ਆਦਰਸ਼ ਬਣ ਜਾਏਗਾ। ਇਸ ਕਰਕੇ ਸਾਡੇ ਮੜੀਆਂ ਵਿੱਚ ਬੈਠਣ ਦਾ ਕਾਰਨ ਹੈ ਕਿ ਬੰਦਾ ਆਪਣੇ ਤਨ ਦੀ ਅਸਥਿਰਤਾ ਨੂੰ, ਆਪਣੇ ਸਰੀਰ ਦੀ ਨਾਸ਼ਵਾਨਤਾ ਨੂੰ ਅਤੇ ਜਗਤ ਦੀ ਮਿੱਥਿਆ ਨੂੰ ਆਪਣੇ ਜਿਉਂਦੇ ਜੀ ਹੰਢਾ ਕੇ ਤੇ ਉਹਦਾ ਆਪਣਾ ਅਭਿਆਸ ਬਣਾ ਲਏ। ਅਸੀਂ ਤਾਂ ਮਰਿਆਂ ਵੀ ਨਹੀਂ ਬਣਾਉਂਦੇ, ਮਰਿਆਂ ਤਾਂ ਕਿਸੇ ਨੇ ਕੀ ਬਣਾਉਣਾ। ਜਦੋਂ ਭਗਤ ਨਾਮਦੇਵ ਜੀ ਕਹਿੰਦੇ ਨਾ ਮੂਏ ਹੋਏ ਜੋ ਮੁਕਤ ਦਿਓਗੇ, ਤਾਂ ਉਹਦਾ ਮਤਲਬ ਇਹੀ ਹੈ ਕਿ ਇੱਕ ਤਾਂ ਦੇਹ ਦੀ ਕ੍ਰੀਮੇਸ਼ਨ ਹੋਣੀ ਹੈ, ਇੱਕ ਜਿਹੜਾ ਮੇਰਾ ਆਤਮਿਕ ਜੀਵਨ ਇਸ ਮਾਇਆ ਦੇ ਪ੍ਰਭਾਵ ਵਿੱਚ ਛੱਟ ਜਾਣਾ, ਇੱਕ ਉਹ ਹੋਣਾ ਹੈ। ਇੱਕ ਤੀਜਾ ਹੈ ਕਿ ਇਸ ਗੱਲ ਨੂੰ ਸਾਰਿਆਂ ਨੂੰ ਸਮਝਦਿਆਂ ਹੋਇਆਂ ਵੀ ਮੈਂ ਇਹਦਾ ਕੋਈ ਅਭਿਆਸ ਨਹੀਂ ਪੈਦਾ ਕਰ ਸਕਿਆ। ਇਹਨੂੰ ਹੋਰ ਸਰਲ ਜਿਹਾ ਕਹਿਣਾ ਹੋਵੇ, ਇਵੇਂ ਆਖ ਲਓ ਕਿ ਜਿਵੇਂ ਮਨੁੱਖ ਦੇ ਸਾਹਮਣੇ ਜ਼ਹਿਰ ਪਈ ਹੋਵੇ, ਉਹਨੂੰ ਪਤਾ ਹੈ ਜ਼ਹਿਰ ਹੈ, ਉਹਨੂੰ ਪਤਾ ਵੀ ਹੈ ਕਿ ਜ਼ਹਿਰ ਪਈ ਹੈ, ਕਿ ਜਦੋਂ ਹੀ ਮੇਰੇ ਸਰੀਰ ਅੰਦਰ ਪ੍ਰਵੇਸ਼ ਕਰ ਗਈ ਉਦੋਂ ਹੀ ਮੇਰਾ ਇੱਕ ਜਿਹੜਾ ਸਿਲਸਿਲਾ ਸਮਾਪਤ ਕਰ ਦੇਗੀ। ਇਸ ਗੱਲ ਨੂੰ ਉਹ ਸਾਰੀ ਜ਼ਿੰਦਗੀ ਦ੍ਰਿੜ ਰੱਖਦਾ ਹੈ। ਜਦੋਂ ਉਹਨੂੰ ਪੋਇਜਨ ਸ਼ਬਦ ਨਜ਼ਰ ਆ ਜਾਏ ਉਸੇ ਵੇਲੇ ਉਹਦਾ ਕਰਮ ਬਦਲ ਜਾਂਦਾ ਹੈ। ਉਹਨੂੰ ਦੇਖਦੇ ਸਾਰ ਹੀ ਉਹ ਜਾਂ ਤਾਂ ਕਿਤੇ ਵਗਾ ਕੇ ਪਰਾਂ ਮਾਰਦਾ ਹੈ, ਜਾਂ ਉਹਨੂੰ ਕਿਸੇ ਤਰੀਕੇ ਨਾਲ ਉਹ ਤੋਂ ਬਚਣ ਦਾ ਯਤਨ ਕਰਦਾ, ਕਿਸੇ ਤਰ੍ਹਾਂ ਕਿਸੇ ਹੋਰ ਦੇ ਹੱਥ ਨਾ ਲੱਗ ਜਾਏ ਜੇ ਮੇਰੇ ਵੀ ਹੈ। ਇਸ ਕਰਕੇ ਕਿਉਂਕਿ ਉੱਥੇ ਗਿਆਨ ਵੀ ਹੈ ਜ਼ਹਿਰ ਦੇ ਖਤਰਨਾਕ ਹੋਣ ਦਾ, ਅਤੇ ਜ਼ਹਿਰ ਨੂੰ ਦੇਖ ਕੇ ਉਹਦਾ ਅਮਲ ਵੀ ਉਸੇ ਵੇਲੇ ਪੈਦਾ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀ ਜੀਵਨ ਦੀ ਵਿਰਾਗ ਦਾ ਅਭਿਆਸ ਹੈ ਕਿ ਤਾਂ ਕਰਕੇ ਭਗਤ ਕਬੀਰ ਸਾਹਿਬ ਨੇ ਕਿਹਾ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਇਸ ਕਰਕੇ ਜਿਹੜਾ ਸੰਤ ਕੋਲ ਜੁੜਨਾ ਹੈ, ਸੰਤ ਤੁਹਾਨੂੰ ਦੇਹਾ ਦਾ ਅਭਿਆਸ ਕਰਾਉਂਦਾ ਹੈ। ਤਾਂ ਇਸੇ ਪ੍ਰਕਾਰ ਜਦੋਂ ਮਨਸੂਰ ਨੂੰ ਸ਼ਿਬਲੀ ਨੇ ਕਿਹਾ ਸੀ, ਸ਼ਿਬਲੀ ਕਹਿਣ ਲੱਗਾ ਕਿ ਮੇਰੇ 3 ਪ੍ਰਸ਼ਨਾਂ ਦੇ ਉੱਤਰ ਦੇ, ਉਹਦੇ ਵਿੱਚ ਸੀ ਕਿ ਤਿਆਗ ਦੀ ਹੱਦ ਕਿੱਥੇ ਹੈ। ਅਤੇ ਉਹ ਮਨਸੂਰ ਨੇ ਕਿਹਾ ਅੱਖਾਂ ਮੀਟ। ਉਹਨੇ ਅੱਖਾਂ ਮੀਟੀਆਂ ਅਤੇ ਉਹਨੂੰ ਐਂ ਲੱਗਾ ਕਿ ਜਿਹੜਾ ਮਨਸੂਰ ਹੈ ਮੇਰੇ ਸਾਹਮਣੇ ਮੁਰਦਾ ਹੈ। ਅਤੇ ਜਦੋਂ ਉਹ ਮਰ ਗਿਆ ਹੈ ਉਹਨੂੰ ਫਿਰ ਆਵਾਜ਼ ਆਈ ਕਿ ਅੱਖਾਂ ਖੋਲ੍ਹ। ਅੱਖਾਂ ਖੋਲ੍ਹੀਆਂ ਅਤੇ ਮਨਸੂਰ ਉਹਦੇ ਸਾਹਮਣੇ ਉਵੇਂ ਹੀ ਬੈਠਾ ਹੋਇਆ। ਅਤੇ ਉਹ ਕਹਿਣ ਲੱਗਾ ਸੰਤ ਕੋਲੋਂ ਇੰਨਾ ਵੱਡਾ ਤਿਆਗ ਹੁੰਦਾ ਕਿ ਸਾਰਾ ਕੁਝ ਛੱਡਦਿਆਂ ਉਹ ਸਰੀਰ ਦੀ ਲੋੜ ਨੂੰ ਵੀ ਨਹੀਂ ਜਾਣਦਾ। ਹੁਣ ਮੈਂ ਥੋੜ੍ਹਾ ਜਿਹਾ ਹੁਣ ਵਾਲੇ ਸਮੇਂ ਦਾ ਹੀ ਪ੍ਰਮਾਣ ਰੱਖਾਂ। ਸਾਡੇ ਅੰਮ੍ਰਿਤਸਰ ਦੇ ਨੇੜੇ ਇੱਕ ਪੂਰਨ ਪੁਰਖ ਹੋਏ ਨੇ, ਉਹਨਾਂ ਦੇ ਅੰਤਿਮ ਸਮੇਂ ਸਰੀਰ ਦੇ ਉੱਪਰ ਬੜਾ ਕਸ਼ਟ ਸੀ, ਬਹੁਤ ਜ਼ਿਆਦਾ ਉਹਨਾਂ ਦੇ ਸਰੀਰ ਦੀ ਹਾਲਤ ਬੜੀ ਭਿਆਨਕ ਸੀ, ਬੜੀ ਦਰਦਮੰਦੀ ਸੀ। ਇੱਕ ਉਹਨਾਂ ਦੇ ਕੋਲੋਂ ਸੁਗੜ ਪੁਰਖ ਗਿਆ, ਉਹਨਾਂ ਕਿਹਾ ਜੀ ਤੁਹਾਡੇ ਸਰੀਰ 'ਤੇ ਇੰਨੇ ਜ਼ਿਆਦਾ ਕਸ਼ਟ ਨੇ, ਇੰਨਾ ਦੁੱਖ ਹੈ, ਇਹ ਸਭ ਕਿਵੇਂ ਚੱਲ ਰਿਹਾ ਹੈ? ਉਸ ਸੰਤ ਪੁਰਖ ਨੇ ਆਪਣੀ ਜ਼ੁਬਾਨ ਤੋਂ ਵਾਕ ਉਚਾਰੇ, ਕਹਿਣ ਲੱਗੇ ਅਸੀਂ ਭੋਜਨ ਛਕ ਲਿਆ, ਕੋਈ ਜੂਠਾ ਥਾਲੀ ਜਿੰਨੀ ਮਰਜ਼ੀ ਮਾਂਜੀ ਜਾਵੇ। ਉਹਦਾ ਮਤਲਬ ਕੀ ਹੈ ਕਿ ਉਹਨੇ ਸਰੀਰ ਦੇ ਵਿੱਚ ਰਹਿ ਕੇ ਆਪਣੇ ਉਸ ਮਰਮ ਭੇਦ ਨੂੰ ਪਾਲਿਆ ਹੈ ਜਿੱਥੇ ਸਰੀਰ ਦਾ ਕਸ਼ਟ, ਸਰੀਰ ਦੀ ਲੋੜ, ਸਰੀਰ ਦੀ ਸੀਮਾ ਜਿਹੜੀ ਹੈ ਨਹੀਂ ਪਹੁੰਚ ਸਕਦੀ। ਤਾਂ ਇਸੇ ਪ੍ਰਕਾਰ ਸੰਤ ਸਾਰੇ ਅਭਿਆਸ ਕਰਵਾਉਂਦਾ ਹੈ। ਪਰ ਵੱਡੀ ਗੱਲ ਹੈ ਕਿ ਨਾ ਅੱਜ ਉੱਤਮ ਰੂਪ ਦੇ ਵਿੱਚ ਸੰਤ ਪ੍ਰਾਪਤ ਹੈ, ਨਾ ਜਗਿਆਸੂ ਪ੍ਰਾਪਤ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾ ਕਾਰਨ ਹੈ ਕਿ ਉਹ ਤੈਨੂੰ ਵਿਰਾਗ ਦਾ ਦ੍ਰਿੜ ਅਭਿਆਸ ਕਰਵਾ ਦੇਵੇ। ਫਿਰ ਉਸ ਤੋਂ ਇਲਾਵਾ ਤੈਨੂੰ ਸਾਧਨਾ ਦਾ ਚਾਅ ਪੈਦਾ ਕਰ ਦੇ। ਉੱਠ ਕੇ ਨਾ ਜਪਹਿ ਮੁਰਾਰ ਦੀ ਗੱਲ ਆਈ ਸੀ ਨਾ ਕਿ ਤੈਨੂੰ ਇੱਕ ਆਦਰਸ਼ ਦੇ ਦੇਵੇ। ਇਸੇ ਪ੍ਰਕਾਰ ਫਿਰ ਤੈਨੂੰ ਉਸ ਤੋਂ ਇਲਾਵਾ ਜਿਹੜਾ ਤੇਰੇ ਅੰਤਰ ਹਿੱਸਿਆਂ ਦੇ ਵਿੱਚੋਂ ਪ੍ਰਭੂ ਜਾਤ ਤੋਂ ਵਿਛੁੰਨਿਆ ਹੈ ਉਹਦਾ ਵੀ ਬੋਧ ਕਰਾ ਕੇ ਤੈਨੂੰ ਤੇਰੇ ਅਸਲ ਦੇ ਨਾਲ ਜੋੜ ਲਵੇ। ਸੰਤ ਦੇ ਕੋਲ ਸਮਰੱਥਾ ਹੁੰਦੀ ਹੈ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜਦੇ ਹਨ। ਕਿਉਂਕਿ ਜਿੰਨਾ ਇਹ ਵੀ ਇੱਕ ਹੋਰ ਨੁਕਤਾ ਹੈ, ਅੱਜ ਲੋਕਾਂ ਦੇ ਅੰਦਰ ਦੁਨਿਆਵੀ ਚਾਹਨਾ ਬੜੀਆਂ ਨੇ, ਅਧਿਆਤਮਿਕ ਦੀ ਚਾਹਨਾ ਬੜੀ ਸੁਸਤ ਹੈ। ਦੇਖਣ 'ਚ ਆਉਂਦਾ ਹੈ, ਮੈਂ ਮਤਲਬ ਦੇਖਿਆ ਹਰ ਜਗ੍ਹਾ ਦੀ ਅਧਿਆਤਮਿਕਤਾ ਦਾ ਫਰਕ ਹੁੰਦਾ ਹੈ। ਮੈਂ ਆਪਣੇ ਉੱਧਰਲੇ ਇਲਾਕੇ 'ਚ ਦੇਖੀ ਹੈ, ਉਹ ਗਿਆਨੀ ਦੇ ਨਾਲ ਵਿਚਾਰ ਕਰਦੇ ਨੇ, ਉਹ ਚੀਜ਼ ਨੂੰ ਸਮਝਣ ਦਾ ਯਤਨ ਕਰਦੇ ਨੇ। ਇੱਧਰ ਅਧਿਆਤਮਿਕਤਾ ਉਵੇਂ ਦੀ ਹੈ ਹੀ ਨਹੀਂ, ਕਿਉਂਕਿ ਚਾਹ ਹੀ ਨਹੀਂ ਹੈ ਬੰਦਾ। ਹੁਣ ਇਹ ਥੋੜ੍ਹਾ ਕਿ ਜਿਹੜੀ 45 ਮਿੰਟ ਗੱਲ ਹੋਈ ਸਾਰੀ ਸਮਝ ਆ ਗਈ, ਉਹਦੇ ਕਈ ਨੁਕਤੇ ਅਨਕਲੀਅਰ ਵੀ ਰਹਿ ਜਾਂਦੇ ਨੇ, ਜਾਂ ਉਹ ਕਈ ਡੈਂਸ ਹੁੰਦੇ ਨੇ। ਅਤੇ ਪਰ ਦੁਬਾਰਾ ਵਿਚਾਰ ਕਰਨ ਦਾ ਜਾਂ ਉਹਦੇ ਸੰਗ ਬੈਠਣ ਦਾ ਮਤਲਬ ਕੀ ਹੈ ਕਿ ਉਹਦੇ ਅੰਦਰ ਚਾਹ ਹੋਵੇ। ਅੱਜ ਅਧਿਆਤਮਿਕਤਾ ਦਾ ਬੰਦੇ ਅੰਦਰ ਚਾਹ ਨਹੀਂ ਹੈ, ਤਾਂ ਕਰਕੇ ਗਿਆਨੀਆਂ ਦਾ ਜੀਵਨ ਵੱਖਰਾ ਚੱਲੀ ਜਾ ਰਿਹਾ ਹੈ, ਸੰਗਤ ਦਾ ਵੱਖਰਾ ਚੱਲੀ ਜਾ ਰਿਹਾ, ਉਹਦੀ ਇੱਕ ਸੁਰਤਾ ਕੋਈ ਬਣ ਹੀ ਨਹੀਂ ਰਹੀ।
ਤੇ ਅਸੀਂ ਕਹਿੰਦੇ ਹਾਂ ਜੀ ਸਾਡਾ ਪੰਥ ਅੱਗੇ ਨਹੀਂ ਜਾ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ। ਇਸ ਕਰਕੇ ਸੰਤਤਾਈ ਦੀ ਤਲਾਸ਼ ਪੈਦਾ ਕਰੋ। ਉਹ ਤਲਾਸ਼ ਜੇ ਹੁਣ ਮਨੁੱਖ ਕਹੇਗਾ ਜੀ ਹੈ ਹੀ ਨਹੀਂ ਤੇ ਫਿਰ ਕਿਵੇਂ ਪੂਰੀ ਹੋਵੇ? ਫਿਰ ਉਹਦੀ ਤਲਾਸ਼ ਗੁਰੂ ਸ਼ਬਦ ਵਿੱਚੋਂ ਕਰੋ ਕਿ ਗੁਰੂ ਸਾਹਿਬ ਜੀ ਸ਼ਬਦ ਦੇ ਵਿੱਚ ਉਹਦੇ ਕਿਹੜੇ ਕਿਹੜੇ ਰੂਪ ਪਏ ਹਨ। ਫਿਰ ਉਹਨਾਂ ਰੂਪਾਂ ਨੂੰ ਭਾਲੋ ਅਤੇ ਉਹਨਾਂ ਰੂਪਾਂ ਦੇ ਭਾਲਣ ਦੇ ਨਾਲ ਆਪਣੇ ਅੰਦਰ ਇੱਕ ਬੰਦਗੀ ਦਾ ਜਿਹੜਾ ਵੱਡਾ ਸੰਸਾਰ ਪੈਦਾ ਕਰਕੇ ਉਹਦੇ ਨਾਲ ਜਿਉਣਾ ਸ਼ੁਰੂ ਕਰ ਦਿਓ। ਜਿਵੇਂ ਹੁਣ ਅੱਜ ਨਹੀਂ ਕੋਈ ਵੱਡਾ ਸੰਤ ਮਿਲ ਰਿਹਾ ਮੰਨ ਲਓ, ਤਾਂ ਜਿਹੜੇ ਵੱਡੇ ਪੁਰਖਾਂ ਦੇ ਅਨੁਭਵ ਨੇ ਉਹਨਾਂ ਨੂੰ ਆਪਣੇ ਜੀਵਨ 'ਚ ਕਮਾ ਕੇ ਅਤੇ ਉਹਨਾਂ ਦੇ ਸੰਗ ਰਹਿਣਾ ਸ਼ੁਰੂ ਕਰ ਦਿਓ। ਜਿਵੇਂ ਬਾਣੀ 'ਚ ਵਾਕ ਹੁੰਦਾ ਨਾ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ। ਉਹਦਾ ਭਾਵ ਕੀ ਹੈ ਕਿ ਵੱਡੇ ਪੁਰਖ ਜਿਹੜੇ ਇਸ ਦੁਨੀਆ 'ਤੇ ਨਹੀਂ ਵੀ ਹਨ, ਪਰ ਉਹਨਾਂ ਦੀ ਕਮਾਈ ਦੇ ਅਨੁਭਵ ਜਿਹੜੇ ਬਾਣੀ ਕਰਕੇ ਜਾਂ ਉਹਨਾਂ ਦੀ ਕਿਸੇ ਰਚਨਾ ਕਰਕੇ ਹਨ, ਉਹਦੇ ਨਾਲ ਜਿਉਣਾ, ਆਪਣਾ ਭਾਵ ਜੋੜ ਕੇ ਜਿਉਣਾ ਸ਼ੁਰੂ ਕਰ ਦਿਓ ਤਾਂ ਕਿ ਜੀਵਨ ਕਿਸੇ ਨਿਰਮਲਤਾ ਵਾਲੇ ਪਾਸੇ ਵਧੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨਿਵਾਜਿਸ਼ ਕਰਦੇ ਹਨ, ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਨਾਲ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਸਾਂਝ ਪਾਉਂਦਿਆਂ, ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।